ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੀ, ਜਿੰਨਾ ਵੀ ਉਪਦੇਸ਼ ਹੈ ਉਹ ਸਾਰਾ ਆਪਣੇ ਮਨ ਨੂੰ ਦਿੱਤਾ ਜਾਂਦਾ। ਸਤਿਗੁਰੂ ਸਮਝਾਉਂਦੇ ਵੀ ਜਿਹੜੇ ਮਨ ਨੇ ਇੱਕ ਚਿੱਤ ਹੋ ਕੇ ਨਾਮ ਨੂੰ ਧਿਆਇਆ ਗੁਰੂ ਦੀ ਮੱਤ ਦੁਆਰਾ, ਉਹ ਉਹਨਾਂ ਗੁਰਮੁਖਾਂ ਦੇ ਜਿਹੜੇ ਮੁਖ ਉਹ ਸਦਾ ਲਈ ਉਜਲ ਹੋ ਗਈ ਸੱਚੇ ਦਰਬਾਰ ਦੇ ਵਿੱਚ, ਮਾਲਕ ਦੇ ਘਰ ਦੇ ਵਿੱਚ। ਸਤਿਗੁਰੂ ਫਰਮਾਉਂਦੇ ਬਈ ਜਿਨ੍ਹਾਂ ਨੇ ਇਹ ਫਿਰ ਕਮਾਈ ਕੀਤੀ, ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ, ਭੈਣ ਕੇ ਮੁਖ ਸਦ ਉਜਲੇ ਤਿਤ ਸੱਚੀ ਦਰਬਾਰ। ਬਈ ਉਹਨਾਂ ਗੁਰਮੁਖਾਂ ਦੇ ਮੁਖ ਉਜਲ ਨੇ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਉਹ ਨਾਮ ਨੂੰ ਧਿਆਇਆ, ਨਾਮ ਦੀ ਅਰਾਧਨਾ ਕੀਤੀ। ਹੁਣ ਮਨ ਨੂੰ ਸਮਝਾਉਂਦੇ ਵੀ ਤੂੰ ਇੱਕ ਚਿੱਤ ਹੋ, ਵੀ ਇੱਕ ਚਿੱਤ ਹੋ ਕੇ ਤੂੰ ਮਾਲਕ ਨੂੰ ਧਿਆਏਗਾ, ਸਿਮਰਨ ਕਰੇਗਾ, ਫਿਰ ਤੂੰ ਪਰਮਾਤਮਾ ਨੂੰ ਭਾਜੇਗਾ। ਮਾਰੇ ਫਰਮਾਉਂਦੇ ਇਹ ਮਨ ਹਰ ਜੀ ਧਿਆਈ ਤੂੰ, ਇੱਕ ਮਨ ਇੱਕ ਚਿੱਤ ਭਾਈ। ਵੀ ਜੇ ਤੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਵੀਂ, ਇਹ ਮਾਲਕ ਨੂੰ ਤੂੰ ਭਾਜੇਗਾ, ਤੇਰਾ ਮੁਖ ਉਜਲ ਹੋ ਜਾਏਗਾ। ਹੁਣ ਮਾਰੇ ਕਹਿੰਦੇ ਵੀ ਜਿਹੜੇ ਇੱਕ ਚਿੱਤ ਇੱਕ ਮਨ ਹੋ ਕੇ ਰਾਤ ਦੇ ਮਾਲਕ ਨੂੰ ਨਾਮ ਨੂੰ ਜਿਨ੍ਹਾਂ ਨੇ ਧਿਆਇਆ, ਉਹ ਬਹੁਤ ਵਿਰਲੇ ਗੁਰਮੁਖ। ਸਤਿਗੁਰੂ ਕਹਿੰਦੇ ਵੀ ਉਹ ਹੈ ਤਾਂ ਕੋਈ ਵਿਰਲੇ ਗੁਰਮੁਖ, ਪਰ ਉਹਨਾਂ ਦੀ ਜਿਹੜੀ ਬਰਕਤ ਜਿਨ੍ਹਾਂ ਨੇ ਧਿਆਇਆ ਫਿਰ ਇੱਕ ਚਿੱਤ ਇੱਕ ਮਨ ਹੋ ਕੇ, ਉਹ ਉਹਨਾਂ ਸਾਧੂਆਂ ਦੀ, ਉਹਨਾਂ ਸੰਤਾਂ ਦੀ, ਉਹਨਾਂ ਗੁਰਮੁਖਾਂ ਦੀ ਬਰਕਤ ਅੱਗੇ ਕਰੋੜਾਂ ਸੰਖਾਂ ਜੀਵ ਖਾਂਦੇ।
ਮਾਰੇ ਫਰਮਾਉਂਦੀ ਜੋ ਤੁਧ ਸੱਚ ਧਿਆਈਂਦੀ ਸੀ ਵਿਰਲੀ ਥੋੜੀ। ਜੋ ਇੱਕ ਮਨ ਇੱਕ ਚਿੱਤ ਅਰਾਧਦੀ, ਤਿਨ ਕੀ ਬਰਕਤ ਖਾਈ ਅਸੰਖ ਕਰੋੜੇ। ਸਤਿਗੁਰੂ ਕਹਿੰਦੇ ਵੀ ਜਿਹੜੇ ਇੱਕ ਮਨ ਹੋ ਕੇ ਮਾਲਕ ਨੂੰ ਧਿਆਉਂਦੇ ਉਹ ਬਹੁਤ ਵਿਰਲੇ, ਇਹ ਉਹਨਾਂ ਦੀ ਬਰਕਤ ਅੱਗੇ ਅਸੰਖਾਂ ਕਰੋੜਾਂ ਜੀਵ ਖਾਂਦੇ। ਇਸ ਵਾਸਤੇ ਫਿਰ ਜਿਨ੍ਹਾਂ ਨੇ ਇਹ ਮਸ਼ੱਕਤ ਘਾਲੀ, ਵੀ ਜਿਨ੍ਹਾਂ ਨੇ ਅਭਿਆਸ ਕੀਤਾ, ਜਿਨ੍ਹਾਂ ਨੇ ਮਿਹਨਤ ਕੀਤੀ, ਸਤਿਗੁਰੂ ਕਹਿੰਦੇ ਵੀ ਉਹ ਤਾਂ ਛੁੱਟਦੇ ਹੀ, ਨਾਲ ਉਹਨਾਂ ਦੀ ਸੰਗਤ ਕਰਕੇ ਹੋਰ ਪਤਾ ਨਹੀਂ ਕਿੰਨਿਆਂ ਦੀ ਨਾਲ ਜਿਹੜੀ ਇਹ ਬੰਦ ਖਲਾਸੀ ਹੋ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵੀ ਉਹਨਾਂ ਦੇ ਖੁਦ ਮੁਖ ਉਜਲ ਹੋਈ ਗਏ ਜਿਨ੍ਹਾਂ ਨੇ ਇੱਕ ਚਿੱਤ ਇੱਕ ਮਨ ਹੋ ਕੇ ਨਾਮ ਨੂੰ ਧਿਆਇਆ, ਆਰਾਧਨਾ ਕੀਤੀ ਮਾਲਕ ਦੀ। ਨਾਲ ਹੋਰ ਪਤਾ ਨਹੀਂ ਕਿੰਨਿਆਂ ਨੂੰ ਉਹ ਛਡਾ ਲੈਂਦੇ, ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹ ਤਰ ਜਾਂਦੇ। ਇਸ ਵਾਸਤੇ ਫਿਰ ਗੁਰਬਾਣੀ ਗੁਰੂ ਵਿੱਚ ਉਹਨਾਂ ਗੁਰਮੁਖਾਂ ਦੀ ਵੀ ਉਸਤਤ ਮਹਿਮਾ ਕੀਤੀ। ਸੱਚ ਨਾਮ ਦੀ ਮਹਿਮਾ ਹੋ ਰਹੀ, ਵਡਿਆਈ ਹੋ ਰਹੀ, ਅਤੇ ਨਾਲ ਨਾਲ ਉਹਨਾਂ ਗੁਰਮੁਖਾਂ ਦੀ ਵੀ ਮਹਿਮਾ ਵੀ ਜਿਨ੍ਹਾਂ ਨੇ ਇੱਕ ਮਨ ਹੋ ਕੇ ਆਰਾਧਿਆ ਮਾਲਕ, ਜਿਨ੍ਹਾਂ ਨੇ ਸਿਮਰਨ ਭਗਤੀ ਕੀਤੀ, ਜਿਹੜੇ ਮਾਲਕ 'ਚ ਅਭੇਦ ਹੋ ਗਏ, ਮਾਲਕ ਦਾ ਰੂਪ ਹੋ ਗਏ, ਫਿਰ ਉਹਨਾਂ ਦੀ ਵੀ ਮਹਿਮਾ, ਉਹਨਾਂ ਦੀ ਵੀ ਵਡਿਆਈ ਕੀਤੀ। ਬਈ ਉਹਨਾਂ ਦੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ। ਜਿਹੜੀ ਉਹਦੇ ਦਾਸ ਦੀ ਵਡਿਆਈ ਮਾਲਕ ਦੀ, ਉਹੀ ਉਹ ਹਰੀ ਦੀ ਵਡਿਆਈ। ਜੋ ਦਾਸ ਤੇਰੇ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਬਈ ਜਿਹੜੇ ਉਹਦੇ ਦਾਸਾਂ ਦੀ ਵਡਿਆਈ ਉਹ ਹਰੀ ਦੀ ਵਡਿਆਈ, ਕਿਉਂਕਿ ਉਹਨਾਂ ਦੇ ਮਾਲਕ 'ਚ ਕੋਈ ਫਰਕ ਨਹੀਂ, ਦੋਵੇਂ ਇੱਕ ਹੀ ਰੂਪ ਹੋ ਗਏ। ਇਸ ਲਈ ਮਹਾਰਾਜ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਬਹਿ ਬਹਿ ਵਿਚਾਰ ਕਿਛ ਨਾਹੀਂ, ਜਲ ਤੇ ਉਪਜੇ ਤਰੰਗ ਜਿਉਂ ਜਾਲੀ ਵਿਖੇ ਸਮਾਹੇ। ਬਈ ਜਿਹੜਾ ਹਰੀ ਦਾ ਸੇਵਕ ਹੈ ਉਹਦੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭੇਦ ਨਾ ਜਾਣੋ। ਮਹਾਰਾਜ ਕਹਿੰਦੇ ਰਮਾਉਂਦੇ ਹਰ ਕਾ ਸੇਵਕ ਸੋ ਹਰ ਹੀ ਜੀਹਾ, ਭੇਦ ਨਾ ਜਾਣੋ ਮਾਨਸ ਦੇਹਾ। ਬਈ ਹਰੀ ਦੇ ਸੇਵਕ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਮਹਾਰਾਜ ਕਹਿੰਦੇ ਭੇਦ ਨਾ ਸਮਝੋ, ਕਿਉਂਕਿ ਸਿਰਫ ਸਾਨੂੰ ਸਰੀਰ ਜਿਹੜਾ ਉਹ ਉਹਨਾਂ ਦਾ ਵੱਖਰਾ ਨਜ਼ਰ ਆਉਂਦਾ। ਉਹਨਾਂ ਦੇ ਅੰਦਰ ਵੀ ਸੱਚ ਹੈ ਅਤੇ ਬਾਹਰ ਵੀ ਸੱਚ। ਇਸ ਵਾਸਤੇ ਫਿਰ ਆਪਾਂ ਨੂੰ ਉਹ ਸੱਚ ਦੇ ਨਾਲ ਹੀ ਜੋੜਦੇ, ਸੱਚ ਦਾ ਹੀ ਭੇਜ ਦਿੰਦੇ। ਜਿਹੜੇ ਗੁਰਮੁਖ ਮਾਲਕ ਪਰਮਾਤਮਾ ਦੇ ਨਾਲ ਮਿਲਾਪ ਕਰ ਲੈਂਦੇ, ਉਹਨਾਂ ਦੀ ਫਿਰ ਮਾਲਕ ਡਿਊਟੀ ਹੀ ਇਹ ਲਾਉਂਦਾ ਵੀ ਜਿਹੜੇ ਮੇਰੇ ਬੱਚੇ ਮੈਨੂੰ ਭੁੱਲ ਚੁੱਕੇ ਨੇ, ਤੁਸੀਂ ਉਹਨਾਂ ਨੂੰ ਦੱਸੋ, ਸਮਝਾਵੋ ਆਖੀ, ਬਈ ਤਾਂ ਕਿ ਉਹ ਵੀ ਘਰ ਵਾਪਸ ਆ ਜਾਣ, ਉਹ ਵੀ ਸੁੱਖ ਲੈਣ, ਉਹ ਵੀ ਆਨੰਦ ਲੈਣ। ਉਹਨਾਂ ਨੂੰ ਦੱਸੋ ਵੀ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ, ਤੁਹਾਨੂੰ ਉਡੀਕ ਰਹੀ ਹਾਂ ਵੀ ਘਰੇ ਵਾਪਸ ਆਓ। ਜਿਵੇਂ ਕੋਈ ਜੀਵ ਇੱਥੋਂ ਪ੍ਰਦੇਸ਼ ਚਲਾ ਜਾਵੇ ਬੱਚਾ, ਇਹ ਉਹ ਪ੍ਰਦੇਸ਼ 'ਚ ਜਾ ਕੇ ਇਹਨਾਂ ਕਰਮ ਦੇ ਵਿੱਚ ਖੁੱਭ ਜੇ ਵੀ ਮਾਂ ਪਿਓ ਨੂੰ ਭੁੱਲ ਹੀ ਜਾਵੇ। ਹੁਣ ਮਾਂ ਪਿਓ ਫਿਰ ਉਡੀਕਦੇ, ਇੰਤਜ਼ਾਰ ਕਰਦੇ ਵੀ ਚਲੋ ਬੱਚਾ ਕਦੇ ਤਾਂ ਵਾਪਸ ਮੁੜੇ ਗਈ। ਔਰ ਇਸੇ ਤਰ੍ਹਾਂ ਹੀ ਅਸੀਂ ਸਾਰੇ ਇੱਥੇ ਪਰਦੇਸੀ, ਸਾਡਾ ਮਨ ਹੈ ਜਿਹੜਾ ਇਹ ਪ੍ਰਦੇਸ਼ 'ਚ ਹੈ,
ਹੁਣ ਇੱਧਰ ਆ ਕੇ ਅਸੀਂ ਕਰਮ ਨਾਲ ਇੰਨਾ ਵੱਜ ਗਏ ਵੀ ਅਸੀਂ ਆਪਦੇ ਮਾਤਾ ਪਿਤਾ ਨੂੰ ਹੀ ਭੁੱਲ ਗਏ। ਹੁਣ ਉਹ ਮਾਲਕ ਸਾਡਾ ਇੰਤਜ਼ਾਰ ਕਰ ਰਿਹਾ ਵੀ ਬੱਚੇ ਕਿਰਤ ਕਰਨ ਵਾਸਤੇ ਗਏ ਸੀ, ਪਰਦੇਸ ਗਏ ਸੀ, ਕਦੋਂ ਘਰ ਵਾਪਸ ਆਉਂਦੇ। ਹੁਣ ਜਦੋਂ ਅਸੀਂ ਵਾਪਸ ਨਹੀਂ ਜਾਂਦੇ ਫਿਰ ਉਹ ਆਪਦੇ ਨੌਕਰਾਂ ਨੂੰ ਭੇਜਦਾ, ਚਾਕਰਾਂ ਨੂੰ, ਵੀ ਜਾ ਕੇ ਉਹਨਾਂ ਨੂੰ ਸੰਦੇਸ਼ਾ ਦੇਵੋ, ਦੱਸੋ, ਸਾਡਾ ਸੁਨੇਹਾ ਦਿਓ ਬਈ ਮਾਲਕ ਤੁਹਾਨੂੰ ਉਡੀਕ ਰਿਹਾ, ਤੁਸੀਂ ਘਰੇ ਵਾਪਸ ਆਓ। ਉਹ ਮਾਲਕ ਵੱਲੋਂ ਫਿਰ ਮਾਲਕ ਸਾਨੂੰ ਕੀ ਕਹਿ ਰਹੇ, ਉਹ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਸਮਝਾਉਂਦੀ। ਮਾਰੇ ਫਰਮਾਉਂਦੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਬਈ ਤੁਸੀਂ ਪਰਦੇਸ ਗਏ ਹੋ, ਘਰ ਵਾਪਸ ਆਓ। ਤੁਸੀਂ ਇੱਥੇ ਦੀ ਵਾਸੀ ਬਣ ਕੇ ਰਹਿ ਗਏ, ਤੁਸੀਂ ਆਪਦੇ ਘਰ ਨੂੰ ਵੀ ਭੁੱਲ ਗਏ ਹੋ, ਆਪਣੇ ਦੇਸ਼ ਨੂੰ ਵੀ ਭੁੱਲ ਗਏ ਹੋ, ਆਪਣੇ ਮਾਤਾ ਪਿਤਾ ਨੂੰ ਵੀ ਭੁੱਲ ਗਏ ਹੋ। ਤੁਸੀਂ ਸਾਰਾ ਕੁਛ ਇੱਥੇ ਪਰਦੇਸ ਨੂੰ ਹੀ ਸਮਝ ਲਏ ਬਈ ਤੁਸੀਂ ਇਸ ਲੋਕ ਦੇ ਵਾਸੀ ਨਹੀਂ, ਅਸੀਂ ਇੱਥੇ ਦੇ ਰਹਿਣ ਵਾਲੇ ਨਹੀਂ, ਅਸੀਂ ਆਪਦੇ ਦੇਸ਼ ਵਾਪਸ ਜਾਣਾ, ਸਾਡਾ ਦੇਸ਼ ਪਰਲੋਕ ਹੈ, ਅਸੀਂ ਪਰਲੋਕ ਦੇ ਵਾਸੀ ਹਾਂ, ਉੱਥੇ ਦੇ ਰਹਿਣ ਵਾਲੇ ਹਾਂ, ਇੱਥੇ ਕੁਝ ਸਮੇਂ ਵਾਸਤੇ ਆਉਂਦੇ ਕਿਰਤ ਕਰਨ ਵਾਸਤੇ। ਹੁਣ ਇਹ ਫਿਰ ਸਾਨੂੰ ਉਹ ਗੁਰਮੁਖ ਸਮਝਾਉਂਦੇ, ਉਹ ਭੇਜ ਦਿੰਦੇ ਬਈ ਅਸੀਂ ਪਰਦੇਸ ਜਾ ਕੇ ਇੱਥੇ ਦੇ ਜਦੋਂ ਵਾਸੀ ਬਣ ਕੇ ਰਹਿ ਜਾਂਦੇ, ਅਸੀਂ ਫਿਰ ਇੱਥੇ ਦੁਖੀ ਹਾਂ। ਅੱਗੇ ਪਰਦੇਸ ਦੇ ਵਿੱਚ ਸਾਡੇ ਮਨ ਵਾਸਤੇ ਕੋਈ ਸੁੱਖ ਸਹੂਲਤ ਨਹੀਂ ਹੈ, ਇੱਥੇ ਸਾਡੇ ਮਨ ਦੀ ਖੁਰਾਕ ਨਹੀਂ ਹੈ, ਸਾਡੇ ਮਨ ਦਾ ਭੋਜਨ ਨਹੀਂ ਹੈ, ਇੱਥੇ ਸਾਡੇ ਮਨ ਵਾਸਤੇ ਤੀਰਥ ਨਹੀਂ ਹੈ, ਮਨ ਵਾਸਤੇ ਦਾਰੂ ਨਹੀਂ ਹੈ। ਉਹ ਸਾਰਾ ਕੁਛ ਇਸ ਲੋਕ ਦੇ ਵਿੱਚ ਵੀ ਸਾਡੇ ਮਾਤਾ ਪਿਤਾ ਨੇ ਨਿੱਜ ਮਹਿਲ ਬਣਾ ਕੇ ਦਿੱਤਾ, ਉਹਦੇ ਵਿੱਚ ਰੱਖਿਆ ਹੋਇਆ। ਹੁਣ ਸਾਡਾ ਜਿਹੜਾ ਮਨ ਸੀ ਉਹ ਆਪਦੇ ਦੇਸ਼ ਨੂੰ ਤਾਂ ਭੁੱਲਿਆ ਹੀ ਭੁੱਲਿਆ, ਆਪਦੇ ਘਰ ਨੂੰ ਵੀ ਭੁੱਲ ਗਏ। ਉਹ ਘਰ ਨੂੰ ਭੁੱਲ ਗਿਆ ਕਰਕੇ ਘਰ ਨੂੰ ਦਰਵਾਜ਼ਾ ਕਿਹੜਾ ਲੱਗਿਆ, ਕਿਹੜਾ ਜਿੰਦਰਾ ਲੱਗਿਆ, ਉਹ ਦਰਵਾਜ਼ਾ ਵੀ ਭੁੱਲ ਗਿਆ, ਜਿੰਦਰਾ ਵੀ ਭੁੱਲ ਗਿਆ। ਹੌਲੀ ਜਦੋਂ ਘਰ ਨਹੀਂ ਜਾਂਦਾ ਆਪਣੇ, ਇਸ ਵਾਸਤੇ ਫਿਰ ਇਹਨੂੰ ਸ਼ਾਂਤੀ ਨਹੀਂ ਆਉਂਦੀ, ਇਹਦੀ ਤ੍ਰਿਸ਼ਨਾ ਨਹੀਂ ਬੁਝਦੀ, ਖਤਮ ਨਹੀਂ ਹੁੰਦੀ, ਇਹਨੂੰ ਟਿਕਾ ਨਹੀਂ ਆਉਂਦਾ, ਇਹਨੂੰ ਸਬਰ ਨਹੀਂ ਆਉਂਦਾ, ਸੰਤੋਖ ਨਹੀਂ ਆਉਂਦਾ, ਇਹਦੀ ਤ੍ਰਿਪਤੀ ਨਹੀਂ ਹੁੰਦੀ। ਕਿਉਂਕਿ ਮਨ ਹੈ ਜਿਹੜਾ ਉਹ ਭੁੱਖਾ ਹੈ। ਸਤਿਗੁਰੂ ਕਹਿੰਦੇ ਪਿਆ ਸਾਰਾ ਕੁਝ ਸਾਡੇ ਘਰ ਦੇ ਵਿੱਚ ਹੀ ਹੈ, ਅੰਦਰ ਮਹਿਲ ਦੇ ਵਿੱਚ ਸਾਡੇ ਮਨ ਦਾ ਭੋਜਨ ਅੰਮ੍ਰਿਤ ਨਾਮ ਰਤਨ ਪਿਆ। ਪਰ ਘਰ ਦੇ ਵਿੱਚ ਧਨ ਹੋਣ ਦੇ ਬਾਵਜੂਦ ਵੀ ਸਾਡਾ ਜਿਹੜਾ ਮਨ ਹੈ ਉਹ ਮਨ ਭੁੱਖਾ, ਕਿਉਂਕਿ ਇਹਨੂੰ ਗਿਆਨ ਨਹੀਂ ਰਿਹਾ, ਇਹਨੂੰ ਸੋਝੀ ਨਹੀਂ ਰਹੀ। ਹੁਣ ਸਾਧ ਸੰਗਤ ਤੋਂ ਬਿਨਾਂ, ਸਤਿਗੁਰ ਤੋਂ ਬਿਨਾਂ ਇਹ ਸਾਨੂੰ ਭੇਤ ਨਹੀਂ ਆਉਂਦੀ। ਮਾਰੇ ਫਰਮਾਉਂਦੇ ਘਰ ਧਨ ਹੁੰਦੇ ਜਗ ਭੁੱਖਾ ਮੂਆ, ਬਿਨ ਸਤਿਗੁਰ ਸੋਝੀ ਨਾ ਪਾਈ। ਬਈ ਘਰ ਦੇ ਵਿੱਚ ਧਨ ਤਾਂ ਪਿਆ ਹੈ, ਘਰ ਦੇ ਵਿੱਚ ਖੁਰਾਕ ਪਈ ਹੈ ਅੰਮ੍ਰਿਤ, ਪਰ ਸਾਡਾ ਮਨ ਭੁੱਖਾ, ਕਿਉਂਕਿ ਸਾਨੂੰ ਗਿਆਨ ਨਹੀਂ ਰਿਹਾ, ਸਾਨੂੰ ਭੇਦ ਨਹੀਂ ਹੈ। ਔਰ ਇਹ ਭੇਦ ਇਹ ਸੋਝੀ ਸਾਨੂੰ ਸਤਿਗੁਰ ਤੋਂ ਬਿਨਾਂ ਆ ਨਹੀਂ ਸਕਦੀ। ਸਤਿਗੁਰੂ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਰਾਹੀਂ ਇਹ ਸਾਰਾ ਭੇਦ ਦਿੰਦੇ, ਸਾਰਾ ਸਮਝਾਉਂਦੇ। ਜਦੋਂ ਫਿਰ ਆਪਾਂ ਸਤਿਗੁਰਾਂ ਪਾਸ ਆਉਂਦੇ ਹਾਂ, ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਸਾਡੇ ਅੰਦਰ ਇਹ ਗਿਆਨ ਦਾ ਦੀਪਕ ਬਲਦਾ, ਜਿਹਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ। ਮਾਰੇ ਕਹਿੰਦੇ ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੇਂ ਦੀਪਕ ਜਲਿਓ। ਜੀਤ ਹਾਰ ਕੀ ਸੋਝੀ ਕਰੀ, ਤੋ ਇਸ ਘਰ ਕੀ ਕੀਮਤ ਭਰੀ। ਬਈ ਜਦੋਂ ਸਾਡੇ 'ਤੇ ਕਿਰਪਾ ਹੁੰਦੀ, ਸਾਨੂੰ ਸਤ ਸੰਗਤ ਮਿਲਦੀ, ਸਤ ਸੰਗਤ 'ਚ ਅਸੀਂ ਆਉਂਦੇ, ਸਤਿਗੁਰੂ ਸਾਨੂੰ
ਇਹਦੇ ਸਾਰਾ ਭੇਦ ਦਿੰਦੇ, ਸਾਨੂੰ ਗਿਆਨ ਦਿੰਦੇ। ਸਾਡੇ ਇਹਨਾਂ ਨੇਤਰਾਂ ਦੇ ਵਿੱਚ ਜਦੋਂ ਗਿਆਨ ਦਾ ਅੰਜਨ ਸੁਰਮਾ ਪੈਂਦਾ ਹੈ, ਫਿਰ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਇਹ ਦੂਰ ਹੁੰਦਾ। ਇਹ ਜਦੋਂ ਫਿਰ ਮਾਲਕ ਦੀ ਸਾਡੇ 'ਤੇ ਕਿਰਪਾ ਹੁੰਦੀ, ਫਿਰ ਹੀ ਸਾਨੂੰ ਇਹ ਸਤ ਸੰਗਤ ਮਿਲਦੀ, ਫਿਰ ਹੀ ਸਾਨੂੰ ਸੰਤ ਜਨਾਂ ਦਾ ਸੰਗ ਹੁੰਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਨੂੰ ਸਮਝਾਉਂਦੇ ਫਿਰ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵੀ ਜਦੋਂ ਸਾਡੇ 'ਤੇ ਮਾਲਕ ਦੀ ਕਿਰਪਾ ਹੋਈ, ਸਾਨੂੰ ਸੰਤ ਜਨਾਂ ਦਾ ਸੰਗ ਹੋਇਆ, ਫਿਰ ਉਹ ਸੰਤ ਜਨ ਗੁਰਬਾਣੀ ਗੁਰੂ ਦੁਆਰਾ ਸਾਨੂੰ ਇਹ ਸਾਰਾ ਭੇਦ ਦਿੰਦੇ ਹੋਏ ਸਾਡੇ ਇਹਨਾਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਪਾਉਂਦੇ। ਹੁਣ ਅਸੀਂ ਸਤ ਸੰਗਤ ਨਹੀਂ ਕਰਦੇ, ਸਾਡੇ ਅੰਦਰੋਂ ਇਹ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੁੰਦਾ। ਉਹਨਾਂ ਸਮਾਂ ਸਾਨੂੰ ਆਪਦੇ ਘਰ ਦਾ ਭੇਤ ਨਹੀਂ ਆ ਸਕਦਾ, ਸਾਨੂੰ ਸੋਝੀ ਨਹੀਂ ਆਉਂਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਤ ਸੰਗਤ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਆ ਉਹ ਪਸ਼ੂਆਂ ਦੇ ਨੇ ਹੀ ਹੁੰਦਾ। ਜਿਵੇਂ ਪਸ਼ੂ ਭਾਟ ਹੁੰਦਾ, ਪਸ਼ੂ ਆਪਸ ਵਿੱਚ ਲੜਦੇ, ਇਸੇ ਤਰ੍ਹਾਂ ਮਨਮੁੱਖਾਂ ਦਾ ਜੀਵਨ। ਮਾਰੇ ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ, ਜੈਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਮੇ ਸਭ ਚੋਰ। ਬਈ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਸਤ ਸੰਗਤ ਤੋਂ ਬਿਨਾਂ ਜੀਵ ਦਾ ਜੀਵਨ ਜਿਹੜਾ ਉਹ ਵਿਅਰਥ ਜਾ ਰਿਹਾ। ਸਤ ਸੰਗਤ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਸਾਡੇ ਜਿਹੜੇ ਮਨ ਨੇ ਉਹ ਮਨ ਸੁੱਕ ਜਾਂਦੇ, ਮਨਾਂ ਦੇ ਵਿੱਚ ਕੋਈ ਬਲ ਨਹੀਂ ਰਹਿੰਦਾ, ਕੋਈ ਸ਼ਕਤੀ ਨਹੀਂ ਰਹਿੰਦੀ। ਜਿਸ ਤਰ੍ਹਾਂ ਖੇਤੀ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ, ਇਸੇ ਤਰ੍ਹਾਂ ਹੀ ਸਾਡੇ ਮਨ ਸੁੱਕ ਜਾਂਦੇ। ਮਾਰੇ ਕਹਿੰਦੇ ਬਿਨ ਸਿਮਰਨ ਦਿਨ ਰਹਿਣ ਵਿਰਥਾ ਬਿਹਾਈ, ਮੇਘ ਬਿਨਾਂ ਜਿਉਂ ਖੇਤੀ ਜਾਏ। ਬਈ ਜਿਵੇਂ ਉਹ ਖੇਤੀ ਪਾਣੀ ਤੋਂ ਬਿਨਾਂ ਸੁੱਕ ਗਈ, ਸਾਡੇ ਮਨ ਸੀ ਜਿਹੜੇ ਮਨ ਸੁੱਕ ਗਏ। ਸਤਿਗੁਰੂ ਕਹਿੰਦੇ ਵੀ ਜਿਵੇਂ ਦਰਖਤ ਬੀਆਬਾਨ ਦੇ ਵਿੱਚ ਉੱਗੇ ਅਤੇ ਉਹ ਹਰਾ ਸੁੱਕ ਗਏ, ਔਰ ਸੁੱਕੇ ਹੋਏ ਦਰਖਤ ਨੂੰ ਨਾ ਤਾਂ ਕੋਈ ਫਲ ਲੱਗਦਾ, ਇਹ ਨਾ ਉਹਦੀ ਛਾਂ ਹੁੰਦੀ। ਹੁਣ ਉਹਦਾ ਕੋਈ ਜੀਵਨ ਨੂੰ ਬਹੁਤਾ ਲਾਹਾ ਨਹੀਂ ਹੁੰਦਾ, ਕਿਉਂਕਿ ਨਾ ਉਹਨੂੰ ਕੋਈ ਫਲ ਹੈ, ਨਾ ਉਹਦੀ ਛਾਂ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਜਿਹੜੇ ਮਨਮੁੱਖ ਨੇ ਉਹ ਸੁੱਕੇ ਹੋਏ ਦਰਖਤ ਵਰਗੇ ਨੇ, ਨਾ ਤਾਂ ਉਹਨਾਂ ਦੀ ਛਾਂ ਹੈ, ਬਈ ਉਹਨਾਂ ਦੇ ਕੋਲ ਜੀ ਬੈਠੇ ਤੇ ਉਹਨਾਂ ਨੂੰ ਸ਼ਾਂਤੀ ਆਵੇ, ਉਹਨਾਂ ਨੂੰ ਸੁੱਖ ਮਿਲੇ। ਅਤੇ ਨਾ ਹੀ ਸਤਿਗੁਰੂ ਕਹਿੰਦੇ ਉਹਨਾਂ ਨੂੰ ਆਪਦੇ ਘਰ ਦਾ ਪਤਾ, ਕਿਉਂਕਿ ਉਹਨਾਂ ਨੇ ਆਪਦੇ ਘਰ ਦੀ ਗੱਲ ਨਹੀਂ ਕੋਈ ਕਰਨੀ। ਉਹ ਦੁਵਿਧਾ 'ਚ ਪਏ ਹੋਏ, ਸੁੱਕੇ ਹੋਏ, ਵੈਰ ਵਿਰੋਧ ਦੇ ਵਿੱਚ ਪਏ ਹੋਏ। ਇਸ ਲਈ ਮਹਾਰਾਜ ਕਹਿੰਦੇ ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਉ, ਤਿੰਨਾ ਬਾਸ ਨਾ ਬੈਸੀਏ, ਉਹਨਾਂ ਘਰ ਨਾ ਗਿਰਾਉ। ਬਈ ਉਹਨਾਂ ਕੋਲ ਬੈਠਾਂਗੇ ਅਤੇ ਨਾ ਤਾਂ ਸਾਨੂੰ ਕਿਸੇ ਫਲ ਦੀ ਪ੍ਰਾਪਤੀ ਹੋਣੀ, ਅਤੇ ਨਾ ਹੀ ਸਾਨੂੰ ਛਾਂ ਮਿਲਣੀ। ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਣੀ ਉਹਨਾਂ ਤੋਂ, ਕਿਉਂਕਿ ਉਹ ਆਪ ਤਪਦੇ ਪਏ ਨੇ, ਉਹ ਆਪ ਸੁੱਕੇ ਹੋਏ। ਇਸ ਵਾਸਤੇ ਫਿਰ ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜ ਗਏ, ਜਿਨ੍ਹਾਂ ਨੇ ਉਹ ਅਨਹਦ ਬਾਣੀ ਨੂੰ ਸੁਣਿਆ, ਨਾਮ ਨੂੰ ਸੁਣਿਆ, ਉਹਨਾਂ ਦਾ ਮਨ ਹਰਿਆ ਹੋ ਜਾਂਦਾ। ਸਤਿਗੁਰੂ ਇਸ ਲਈ ਫਿਰ ਸਮਝਾਉਂਦੇ, ਇਹ ਸਰਬਣੋ ਮੇਰਿਓ ਸਾਚੇ ਸੁਣਨੇ ਨੌ ਪਠਾਈ, ਸਾਚੇ ਸੁਣਨੇ ਨੌ ਪਠਾਈ, ਸਰੀਰ ਲਾਈ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ।
ਬਈ ਜਿਨ੍ਹਾਂ ਨੇ ਉਹ ਅਨਹਦ ਬਾਣੀ ਨੂੰ, ਨਾਮ ਨੂੰ ਸੁਣਿਆ, ਉਹਨਾਂ ਦਾ ਮਨ ਸੀ ਜਿਹੜਾ ਉਹ ਹਰਾ ਹੋ ਗਿਆ। ਜਿਹੜਾ ਪਹਿਲਾਂ ਸੁੱਕ ਵੀ ਚੁੱਕਿਆ ਸੀ, ਉਹ ਸੁੱਕਿਆ ਹੋਇਆ ਵੀ ਸਤ ਸੰਗਤ ਦੇ ਵਿੱਚ ਆ ਕੇ ਉਹ ਹਰਾ ਹੋ ਜਾਂਦਾ। ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਉਹ ਬੀਜ ਆਪਣੇ ਅੰਦਰ ਬੋ, ਵੀ ਜਿਹੜਾ 12 ਮਹੀਨੇ ਵੱਧਦਾ ਫਲਦਾ ਹੈ, ਜਿਹਦਾ ਸਾਨੂੰ ਫਲ ਪ੍ਰਾਪਤ ਹੁੰਦਾ। ਕਬੀਰ ਸੋਈ ਬੀਜ ਬੋ ਜੋ 12 ਮਾਸ ਫਲੰਤ, ਵੀ ਜਿਹੜਾ ਉਹ ਫਲ ਦਾ ਵਾਧਾ, ਇਹ ਉਹਦਾ ਸਾਨੂੰ ਲਾਹਾ ਹੁੰਦਾ, ਉਹਨੂੰ ਫਲ ਲੱਗਦਾ ਅੰਮ੍ਰਿਤ। ਜਦੋਂ ਹੁਣ ਅਸੀਂ ਇਹ ਸਿਮਰਨ ਕਰਦੇ ਹਾਂ, ਨਾਮ ਦੇ ਨਾਲ ਜੁੜਦੇ ਹਾਂ, ਇਹਨੂੰ ਨਾਮ ਨੂੰ ਫਲ ਜਿਹੜਾ ਉਹ ਸਾਡੇ ਮਨ ਦੀ ਖੁਰਾਕ ਹੈ, ਅੰਮ੍ਰਿਤ। ਜਦੋਂ ਅਸੀਂ ਫਲ ਦੀ ਪ੍ਰਾਪਤੀ ਕਰਾਂਗੇ, ਉਹ ਫਲ ਛਕਾਂਗੇ, ਅਤੇ ਉਹ ਫਲ ਖਾਣ ਦੇ ਨਾਲ ਅਸੀਂ ਸਦਾ ਲਈ ਅਮਰ ਹੋ ਜਾਂਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਫਲ ਦੀ ਪ੍ਰਾਪਤੀ ਕਰੋ ਜਿਹਨੂੰ ਛਕ ਕੇ ਅਸੀਂ ਸਦਾ ਲਈ ਅਮਰ ਹੋ ਜਾਣਾ, ਜਿਹਨੂੰ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਣੀ, ਸਾਡੇ ਮਨ ਦੀ ਭੁੱਖ ਖਤਮ ਹੋ ਜਾਣੀ, ਸਾਡੇ ਮਨ ਨੇ ਸਦਾ ਵਾਸਤੇ ਅਮਰ ਹੋ ਜਾਣਾ, ਸਦਾ ਲਈ ਇਹਨੇ ਜੀਵਨ ਮੁਕਤ ਹੋ ਜਾਣਾ। ਇਹਨੂੰ ਮੁੜ ਕੇ ਵਾਰ-ਵਾਰ ਆਉਣ ਦੀ ਲੋੜ ਨਹੀਂ ਪੈਂਦੀ। ਔਰ ਉਹ ਫਿਰ ਫਲ ਦੀ ਪ੍ਰਾਪਤੀ ਸਾਨੂੰ ਫੇਰ ਹੀ ਹੋਏਗੀ ਜੇ ਅਸੀਂ ਇਹ ਸਿਮਰਨ ਅਭਿਆਸ ਕਰਾਂਗੇ। ਜੇ ਸਾਡਾ ਮਨ ਹਰਿਆ ਹੋਏਗਾ ਤਾਂ ਫੇਰ ਹੀ ਫਲ ਦੀ ਪ੍ਰਾਪਤੀ ਹੋਣੀ। ਜੇ ਹੁਣ ਸਾਡਾ ਮਨ ਹੀ ਸੁੱਕਿਆ ਅਤੇ ਸੁੱਕੇ ਹੋਏ ਨੂੰ ਫਿਰ ਕਿਵੇਂ ਫਲ ਦੀ ਪ੍ਰਾਪਤੀ ਹੋਵੇ। ਜਿਵੇਂ ਆਪਾਂ ਦੇਖਦੇ ਦਰੱਖਤ ਸੁੱਕਾ ਹੈ, ਸੁੱਕੇ ਨੂੰ ਫਲ ਨਹੀਂ ਲੱਗਦਾ, ਫਲ ਜਿਹੜਾ ਹਰਿਆ ਭਰਿਆ ਉਹਨੂੰ ਹੀ ਫਲ ਲੱਗਣਾ। ਇਸੇ ਤਰ੍ਹਾਂ ਹੀ ਹੁਣ ਜੇ ਸਾਡਾ ਮਨ ਦੁਖੀ ਹੈ, ਸਾਡਾ ਮਨ ਅਸ਼ਾਂਤ ਹੈ, ਵੈਰ ਵਿਰੋਧ ਵਿੱਚ, ਇਹ ਅਸੀਂ ਆਖੀਏ ਇਹਨੂੰ ਵੈਰ ਵਿਰੋਧ ਦੇ ਵਿੱਚ, ਦੁਵਿਧਾ ਦੇ ਵਿੱਚ ਉਹ ਫਲ ਦੀ ਪ੍ਰਾਪਤੀ ਹੋਏਗੀ ਤੇ ਨਹੀਂ ਹੋਣੀ। ਇਹ ਮਨ ਨੂੰ ਪ੍ਰਾਪਤੀ ਫੇਰ ਹੋਣੀ ਜੇ ਪਹਿਲਾਂ ਹਰਿਆ ਹੋਏਗਾ, ਤੇ ਹਰਿਆ ਇਹਨੇ ਹੋਣਾ ਇਹਦੇ ਸੰਗਤ ਕਰਕੇ, ਸਿਮਰਨ ਅਭਿਆਸ ਕਰਕੇ। ਇਸ ਲਈ ਮਹਾਰਾਜ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਵੀ ਜੇ ਮੈਨੂੰ ਨਾਮ ਦੀ ਪ੍ਰਾਪਤੀ ਹੋ ਜੇ ਤੇ ਫਿਰ ਮੈਂ ਜਿਉਂਦਾ। ਜੇ ਨਾਮ ਦੀ ਪ੍ਰਾਪਤੀ ਨਹੀਂ, ਨਾਮ ਤੋਂ ਬਿਨਾਂ ਮਰਿਆ ਹੋਇਆ ਮਨ, ਇਹ ਜਿਉਂਦਿਆਂ 'ਚ ਨਹੀਂ ਹੈ। ਭਾਈਓ ਸਤਿਗੁਰੂ ਸਮਝਾਉਂਦੇ ਵੀ ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜੇ, ਬਾਹਰੀ ਜੀਵ ਜਿੰਨਾ ਮਰਜ਼ੀ ਵਧੀਆ ਪਹਿਰਾਵਾ ਕਰ ਲਵੇ, ਜਿੰਨਾ ਮਰਜ਼ੀ ਅਸੀਂ ਮੁੱਖ ਤੋਂ ਗਿਆਨ ਦੀਆਂ ਗੱਲਾਂ ਕਰ ਲਈਏ, ਉਹ ਇਸ ਤਰ੍ਹਾਂ ਹੈ ਸਾਡੀ ਅਵਸਥਾ ਵੀ ਜਿਵੇਂ ਇੱਕ ਮ੍ਰਿਤਕ ਦੇਹ ਨੂੰ ਸ਼ਿੰਗਾਰ ਦਿੰਦੇ। ਜਿਵੇਂ ਆਪਾਂ ਦੇਖਦੇ ਵੀ ਜੀਵ ਮਰ ਜਾਂਦਾ, ਮਰੇ ਨੂੰ ਚਾਹੇ ਜਿੰਨਾ ਮਰਜ਼ੀ ਸ਼ਿੰਗਾਰੀ ਚੱਲੋ, ਜਿੰਨੇ ਮਰਜ਼ੀ ਉਹਦੇ 'ਤੇ ਸੋਹਣੇ ਵਸਤਰ ਪਾ ਦਿਓ, ਜਿੰਨਾ ਮਰਜ਼ੀ ਉਹਦੇ 'ਤੇ ਖਰਚ ਕਰ ਲਓ, ਜਿੰਨੀ ਮਰਜ਼ੀ ਉਹਨੂੰ ਵਧੀਆ ਲੱਕੜ 'ਤੇ ਪਾ ਦਿਓ, ਕਿਉਂਕਿ ਉਹਦਾ ਕੁਛ ਘਟ ਨਹੀਂ ਜਾਣਾ, ਨਾ ਉਹਦਾ ਕੁਛ ਵੱਧ ਜਾਣਾ। ਮਾਰੇ ਕਹਿੰਦੇ ਜਦੋਂ ਦੇਹੀ ਛੱਡ ਗਿਆ, ਮਾਰੀ ਗਿਆ, ਚਾਹੇ ਉਹਨੂੰ ਵੈਸਟਾ ਦੇ ਵਿੱਚ ਰੁੜੀ ਫਿਰੋ, ਚਾਹੇ ਉਹਨੂੰ ਚੰਦਨ ਦੀ ਲੱਕੜ 'ਤੇ ਪਾ ਦਿਓ। ਮਾਰੇ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸ 'ਤੇ ਕਹੋ ਕਵਨ ਫਲ ਪਾਵੇ। ਜੇ ਮ੍ਰਿਤਕ ਕੋ ਵੈਸਟਾ ਮੇਰ ਲਾਈ, ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਵੀ ਜਿਹੜਾ ਮਾਰੀ ਗਿਆ ਉਹਨੂੰ ਚਾਹੇ ਚੰਦਨ ਦੀ ਲੱਕੜ ਚੜਾ ਦਿਓ, ਉਹਦਾ ਕੀ ਫਾਇਦਾ ਉਹਨੂੰ, ਚਾਹੇ ਉਹਨੂੰ ਵੈਸਟਾ ਗੰਦਗੀ 'ਚ ਰੁੜੀ ਫਿਰੋ, ਉਹਦਾ ਤਾਂ ਨਹੀਂ ਕੁਛ ਘਟਦਾ ਉਹਦਾ। ਕਿਉਂਕਿ ਵਿੱਚੋਂ ਜਿਹੜਾ ਜੀਵ ਵੱਸਦਾ ਸੀ ਉਹ ਚਲਾ ਗਿਆ, ਮਰਨ ਚਲਾ ਗਿਆ ਇਹਦੇ ਵਿੱਚ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਜੇ ਸਾਡੀ ਮਾਲਕ ਦੇ ਨਾਲ ਪ੍ਰੀਤ ਨਹੀਂ, ਨਾਮ ਦੇ ਨਾਲ ਅਸੀਂ ਅੰਦਰੋਂ ਜੁੜੇ ਨਹੀਂ, ਫਿਰ ਇਹ ਬਾਹਰੀ ਪਹਿਰਾਵਾ, ਬਾਹਰੀ ਗਿਆਨ ਦੀਆਂ ਗੱਲਾਂ
ਇਸੇ ਤਰ੍ਹਾਂ ਹੀ ਵੀ ਜਿਵੇਂ ਉਹ ਮ੍ਰਿਤਕ ਦੇਹ ਨੂੰ ਸ਼ਿੰਗਾਰਿਆ। ਮਹਾਰਾਜ ਕਹਿੰਦੇ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕ ਜੇ ਪ੍ਰੀਤ ਨਹੀਂ ਭਗਵੰਤ। ਬਈ ਜਿਹਦੀ ਪ੍ਰੀਤ ਮਾਲਕ ਦੇ ਨਾਲ ਹੀ ਨਹੀਂ, ਅੰਦਰੋਂ ਨਾਮ ਦੇ ਨਾਲ ਨਹੀਂ, ਤੇ ਕਹਿੰਦੇ ਮਰਿਆ ਹੋਇਆ ਵੀ ਮ੍ਰਿਤਕ ਹੈ, ਮ੍ਰਿਤਕ ਨੂੰ ਸ਼ਿੰਗਾਰਿਆ ਹੋਇਆ। ਬੜਾ ਸੋਹਣਾ ਲਿਬਾਸ ਪਾਇਆ ਗੁਰਮੁਖਾਂ ਵਾਲਾ, ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਮੂੰਹ ਤੋਂ, ਪਰ ਅੰਦਰ ਨਾਮ ਪ੍ਰਗਟ ਕੋਈ ਨਹੀਂ, ਨਾਮ ਦਾ ਭੇਤ ਕੋਈ ਨਹੀਂ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਬਈ ਅਸੀਂ ਅੰਦਰੋਂ ਨਾਮ ਨੂੰ ਪ੍ਰਗਟ ਕਰਨਾ, ਵੀ ਹੋਰ ਰੁੱਤ ਨਹੀਂ, ਹੋਰ ਕਿਸੇ ਘਰ ਦੇ ਵਿੱਚ ਨਹੀਂ। ਸਿਰਫ ਹੁਣ ਹੀ ਸਾਨੂੰ ਮੌਕਾ, ਹੁਣ ਹੀ ਸਾਨੂੰ ਵਾਰੀ ਹੈ, ਹੁਣ ਅਸੀਂ ਇਹ ਨਾਮ ਦੇ ਨਾਲ ਜੁੜ ਸਕਦੇ, ਨਾਮ ਨੂੰ ਪ੍ਰਗਟ ਕਰ ਸਕਦੇ। ਮਹਾਰਾਜ ਕਹਿੰਦੇ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀਂ ਮਤ ਭਰਮ ਭੁੱਲੋ ਭੁੱਲੋ। ਬਈ ਹੋਰ ਕਿਸੇ ਜਨਮ ਦੇ ਵਿੱਚ, ਹੋਰ ਕਿਸੇ ਜੂਨ ਦੇ ਵਿੱਚ ਨਹੀਂ, ਇਹ ਭਰਮ 'ਚ ਨਾ ਭੁੱਲੋ ਵੀ ਅਸੀਂ ਹੁਣ ਨਹੀਂ, ਫੇਰ ਕਰ ਲਾਂਗੇ। ਸਤਿਗੁਰੂ ਕਹਿੰਦੇ ਵੀ ਹੁਣ ਹੀ ਰੁੱਤ ਹੈ, ਹੁਣ ਹੀ ਮੌਕਾ, ਹੁਣ ਹੀ ਵੇਲਾ ਹੈ। ਵੀ ਕਲਯੁਗ ਦੇ ਸਮੇਂ ਦੇ ਵਿੱਚ ਕੋਈ ਵੀ ਜੀਵ ਨਾਮ ਤੋਂ ਬਿਨਾਂ ਮੁਕਤ ਹੋ ਨਹੀਂ ਸਕਦਾ। ਕਲਯੁਗ ਮੈਂ ਇੱਕ ਨਾਮ ਆਧਾਰ, ਬਾਬਾ ਨਾਨਕ ਆਖੇ ਹੋ ਵਿਚਾਰ। ਬਈ ਕਲਯੁਗ ਦੇ ਸਮੇਂ ਦੇ ਵਿੱਚ ਸਾਡੇ ਮਨ ਦਾ ਆਧਾਰ ਇੱਕ ਨਾਮ ਹੈ, ਸਾਡਾ ਆਸਰਾ ਸਿਰਫ ਨਾਮ ਹੈ। ਨਾਮ ਤੋਂ ਬਿਨਾਂ ਹੋਰ ਕੋਈ ਸਾਡਾ ਆਸਰਾ ਨਹੀਂ। ਨਾਮ ਤੋਂ ਬਿਨਾਂ ਅਸੀਂ ਇਹ ਸੰਸਾਰ ਸਾਗਰ ਤੋਂ ਤਰ ਨਹੀਂ ਸਕਦੇ। ਇੱਥੇ ਸੰਸਾਰ ਦੇ ਵਿੱਚ ਖੱਟਣ ਵਾਸਤੇ ਸਾਡੇ ਮਨ ਲਈ ਸਿਰਫ ਇੱਕ ਨਾਮ ਹੈ ਜਿਹੜਾ ਅਸੀਂ ਇੱਥੋਂ ਲਾਹਾ ਖੱਟ ਸਕਦੇ। ਜਗ ਮੈਂ ਲਾਹਾ ਏਕ ਨਾਮ। ਮਹਾਰਾਜ ਕਹਿੰਦੇ ਜਗਤ ਦੇ ਵਿੱਚ ਕੀ ਖੱਟਣਾ, ਕਹਿੰਦੇ ਇੱਕ ਨਾਮ। ਜੇ ਤਾਂ ਅਸੀਂ ਉਹ ਨਾਮ ਖੱਟ ਲਿਆ, ਨਾਮ ਦੇ ਨਾਲ ਜੁੜ ਗਏ, ਤੇ ਅਸੀਂ ਲਾਹਾ ਖੱਟ ਲਿਆ ਜੀਵਨ 'ਚ। ਜੇ ਅਸੀਂ ਹੁਣ ਉਹ ਨਾਮ ਦੀ ਕਮਾਈ ਨਾ ਕੀਤੀ, ਨਾਮ ਦਾ ਭੇਦ ਹੀ ਨਹੀਂ ਲਿਆ, ਤੇ ਫਿਰ ਅਸੀਂ ਖੱਟਿਆ ਕੀ ਸੰਸਾਰ 'ਚੋਂ ਆ ਕੇ। ਜਿਹਨੂੰ ਸੰਸਾਰ 'ਚ ਜੀਵ ਕਹਿੰਦਾ ਵੀ ਮੈਂ ਇੰਨਾ ਇਕੱਠਾ ਕਰ ਲਿਆ ਸਾਜੋ ਸਮਾਨ, ਇਹ ਤਾਂ ਸਾਡੇ ਨਾਲ ਜਾਣਾ ਨਹੀਂ, ਇਹ ਤਾਂ ਇੱਥੇ ਦਾ ਇੱਥੇ ਧਰੇ ਦਾ ਧਰਿਆ ਹੀ ਰਹਿ ਜਾਣਾ। ਇਹ ਜਿਹੜਾ ਸਰੀਰ ਹੈ, ਨਾ ਤਾਂ ਅੱਗੇ ਸਰੀਰ ਜਾਵੇ, ਨਾ ਇਹ ਸਰੀਰ ਦੀਆਂ ਅੱਗੇ ਸੁੱਖ ਸਹੂਲਤਾਂ ਜਾਣ, ਨਾ ਇਹ ਸਰੀਰ ਦੇ ਨਾਲ ਜਿਹੜਾ ਅਸੀਂ ਜੋੜਿਆ ਹੋਇਆ ਵੀ ਸਾਡੀ ਜਾਤ ਬੜੀ ਉੱਚੀ ਹੈ, ਸਾਡੀ ਕੁੱਲ ਬੜੀ ਉੱਚੀ ਹੈ, ਵੀ ਆਹ ਨੀਵੀਂ ਜਾਤ ਦੇ ਨੇ, ਅਸੀਂ ਉੱਚੀ ਜਾਤ ਦੇ। ਇਹ ਨਾ ਦਾ ਉੱਥੇ ਸਾਤੋਂ ਜਾਤ ਪੁੱਛੀ ਜਾਂਦੀ ਹੈ ਸਾਡੀ ਵੀ ਤੁਹਾਡੀ ਜਾਤ ਕਿਹੜੀ ਹੈ, ਨਾ ਉੱਥੇ ਆ ਸਰੀਰ ਜਾਂਦਾ, ਅੱਗੇ ਤਾਂ ਮਨ ਨੇ ਜਾਣਾ। ਅਤੇ ਛੁਟਕਾਰਾ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ। ਮਹਾਰਾਜ ਫਰਮਾਉਂਦੇ ਦੇਹੀ ਜਾਤ ਨਾ ਅੱਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ। ਬਈ ਜਿੱਥੇ ਮਨ ਤੋਂ ਲੇਖਾ ਮੰਗਿਆ ਜਾਣਾ, ਹਿਸਾਬ ਮੰਗਿਆ ਜਾਣਾ ਸਵਾਸਾਂ ਦਾ, ਉਥੇ ਆ ਦੇ ਜਾਂ ਇਹ ਜਾਤ ਨਹੀਂ ਜਾਂਦੀ ਉੱਚੀ। ਨਾ ਉੱਥੇ ਸਾਡਾ ਕੋਈ ਅਹੁਦਾ ਜਾਵੇ ਸੰਸਾਰ ਦਾ, ਵੀ ਅਸੀਂ ਆਖੀਏ ਵੀ ਇਹ ਸੰਸਾਰ ਸਾਡੇ ਕੋਲ ਧਨ ਬੜਾ ਜੀ, ਇੱਥੇ ਸਾਡਾ ਅਹੁਦਾ ਬੜਾ ਵੱਡਾ ਜੀ। ਉੱਥੇ ਇਹਦੀ ਕੋਈ ਪੁੱਛ ਗਿੱਛ ਨਹੀਂ ਵੀ ਤੁਸੀਂ ਕੀ ਹੋ ਇੱਥੇ, ਕਿਉਂਕਿ ਉੱਥੇ ਤਾਂ ਮਨ ਨੇ ਜਾਣਾ, ਅਤੇ ਮਨ ਦੀ ਕੋਈ ਜਾਤ ਨਹੀਂ। ਜਿਵੇਂ ਆਪਣਾ ਜੋ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਉਹਦੀ ਕੋਈ ਜਾਤ ਨਹੀਂ ਹੈ। ਹੁਣ ਜਿਹੜੀ ਜਾਤ ਮਾਤਾ ਪਿਤਾ ਦੀ ਹੁੰਦੀ ਉਹੀ ਉਹ ਬੱਚੇ ਦੀ ਮੰਨੀ ਜਾਂਦੀ ਹੈ। ਜਦੋਂ ਸਾਡੇ ਮਾਂ ਪਿਓ ਦੀ ਕੋਈ ਜਾਤ ਨਹੀਂ, ਅਤੇ ਸਾਡੇ ਮਨ ਦੀ ਵੀ ਕੋਈ ਜਾਤ ਨਹੀਂ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਾਤੇ ਨਾ ਬਾਤੇ, ਵੀ ਸਾਡਾ ਜੋ ਮਾਲਕ ਉਹਦੀ ਕੋਈ ਜਾਤ ਨਹੀਂ ਹੈ, ਉਹਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ ਹੈ। ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਹਿਨ ਜੀ, ਉਹਦੀ ਕੋਈ ਜਾਤ ਨਹੀਂ। ਹੁਣ ਇਹ ਤਾਂ ਸਿਰਫ ਅਗਿਆਨਤਾ ਬਸ ਜੀਵਾਂ ਨੇ ਇੱਧਰ ਬਣਾਇਆ ਹੋਇਆ ਸਾਰਾ ਕੁਛ, ਵੀ ਆਹ ਨੀਵੀਂ ਜਾਤ ਦਾ, ਆ ਉੱਚੀ ਜਾਤ ਦਾ, ਸਾਡੀ ਕੁੱਲ ਉੱਚੀ ਆ ਨੀਵੀਂ ਜਾਤ।
ਹੁਣ ਅੱਗੇ ਸਾਡੇ ਮਨ ਨੇ ਜਾਣਾ ਅਤੇ ਮਨ ਦੇ ਕਰਮ ਦੇਖੇ ਜਾਣੇ ਵੀ ਮਨ ਜਿਹੜਾ ਉਹ ਨਾਮ ਦੇ ਨਾਲ ਜੁੜਿਆ ਕਿ ਨਹੀਂ ਜੁੜਿਆ। ਜੇ ਤਾਂ ਨਾਮ ਨਾਲ ਜੁੜਿਆ ਤਾਂ ਇਹ ਉੱਤਮ ਹੋ ਗਿਆ, ਉੱਚਾ ਹੋ ਗਿਆ ਮਨ। ਜੇ ਹੁਣ ਇਹ ਨਾਮ ਦੇ ਨਾਲ ਜੁੜਿਆ ਹੀ ਨਹੀਂ ਤਾਂ ਫਿਰ ਇਹ ਨੀਚ ਹੈ, ਫਿਰ ਇਹ ਨੀਵਾਂ ਹੈ। ਇਸ ਲਈ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਜਿਹੜੇ ਜੀਵ ਨਾਮ ਤੋਂ ਹੀਣੇ ਨੇ ਉਹਨਾਂ ਦੀ ਜਾਤ ਨੀਚ ਹੈ। ਇਹ ਉਹ ਜਾਣਗੇ ਕਿੱਥੇ? ਕਹਿੰਦੇ ਉਹ ਵੇਸ਼ਟਾ ਗੰਦਗੀ ਦੇ ਕੀੜੇ ਬਣਨਗੇ। ਮਹਾਰਾਜ ਕਹਿੰਦੇ ਬੈਨ ਨਾਮੇ ਸਭ ਨੀਚ ਜਾਤ ਹੈ, ਵੇਸ਼ਟਾ ਕਾ ਕੀੜਾ ਹੋਏ। ਬਈ ਜਿਹੜੇ ਨਾਮ ਦੇ ਨਾਲ ਨਹੀਂ ਜੁੜੇ ਉਹ ਉੱਦਾਂ ਕਹਿਣ ਸਾਡੀ ਜਾਤ ਬੜੀ ਉੱਚੀ ਹੈ। ਅਤੇ ਗੁਰੂ ਸਾਹਿਬ ਕੀ ਕਹਿੰਦੇ ਵੀ ਤੇਰੀ ਤਾਂ ਬੜੀ ਨੀਵੀਂ ਜਾਤ ਹੈ, ਤੂੰ ਤਾਂ ਗੰਦਗੀ ਦਾ ਕੀੜਾ ਬਣਨਾ। ਕਿਉਂਕਿ ਜੇ ਤੂੰ ਹੁਣ ਨਾਮ ਦੇ ਨਾਲ ਨਹੀਂ ਜੁੜੇਗਾ ਤੂੰ ਵੇਸ਼ਟਾ ਦਾ ਕੀੜਾ ਬਣੇਗਾ। ਹੁਣ ਤੈਨੂੰ ਬੜਾ ਅਭਿਮਾਨ, ਬੜਾ ਹੰਕਾਰ ਹੈ ਇਹਦਾ ਵੀ ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁੱਲ ਬੜੀ ਉੱਚੀ, ਮੇਰਾ ਅਹੁਦਾ ਬੜਾ ਉੱਚਾ ਹੈ। ਇਹ ਸਤਿਗੁਰੂ ਕਹਿੰਦੇ ਤੈਨੂੰ ਇਹ ਮਿਲੇਗਾ, ਤੈਨੂੰ ਗੰਦਗੀ ਦਾ ਕੀੜਾ ਬਣਾ ਕੇ ਛੱਡਿਆ ਜਾਏਗਾ। ਮਹਾਰਾਜ ਕਹਿੰਦੇ ਮਨ ਚੰਚਲ ਬਹੁਤ ਚੋਟਾਂ ਖਾਈ, ਇਥੋਂ ਛੁੜ ਕੇ ਅਠੌਰ ਨਾ ਪਾਈ। ਗਰਭ ਜੂਨ ਵੈਸ਼ਟਾ ਕਾ ਵਾਸ, ਤਿਤ ਘਰ ਮਨਮੁਖ ਕਰੀ ਨਿਵਾਸ। ਬਈ ਇੱਥੇ ਤਾਂ ਜੀਵ ਬੜੀ ਹਉਮੈ, ਬੜਾ ਹੰਕਾਰ ਕਰਦਾ ਹੈ ਅਤੇ ਚਤਰ ਬੁੱਧੀ ਵਾਲਾ ਆਪਦੇ ਆਪ ਨੂੰ ਬੜਾ ਚਤਰ ਸਮਝਦਾ। ਇਹ ਚਤਰਾਈ ਦਾ ਫਲ ਕੀ ਮਿਲਦਾ ਇਹਨੂੰ? ਅੰਤ ਸਮੇਂ ਵੈਸ਼ਟਾ ਗੰਦਗੀ ਦਾ ਕੀੜਾ ਬਣਾ ਦਿੰਦੇ। ਸੋ ਇਸ ਵਾਸਤੇ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਇਹ ਤੇਰੀ ਚਤਰਾਈ ਕੰਮ ਨਹੀਂ ਆਉਣੀ, ਇਹ ਤੇਰੀ ਸਿਆਣਪ ਅੱਗੇ ਕੰਮ ਨਹੀਂ ਆਉਣੀ। ਹੁਣ ਤੂੰ ਗੁਰੂ ਦੀ ਮੱਤ ਲੈ ਜੇ ਤੂੰ ਜੀਵਨ ਦਾ ਲਾਹਾ ਖੱਟਣਾ। ਬਈ ਆਪਦੀ ਸਿਆਣਪ ਦੁਆਰਾ ਵੱਡੇ ਵੱਡੇ ਸਿਆਣੇ ਡੁੱਬ ਗਏ ਭਵ ਸਾਗਰ ਦੇ ਵਿੱਚ, ਸੰਸਾਰ ਸਾਗਰ ਦੇ ਵਿੱਚ। ਮਾਰੇ ਫਰਮਾਉਂਦੇ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਬਈ ਭਗਤੀ ਤੋਂ ਬਿਨਾਂ ਸਿਆਣਪ ਸਾਡੀ ਡੋਬ ਲੈਂਦੀ ਸਨ। ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ ਸਾਨੂੰ ਭਗਤੀ ਦਾ ਗਿਆਨ ਨਹੀਂ ਆਉਂਦਾ ਵੀ ਭਗਤੀ ਹੈ ਕੀ ਹੈ ਅਤੇ ਅਸੀਂ ਕਰਨੀ ਕਿਵੇਂ। ਬਹੁਤੇ ਜੀਵ ਇਹੋ ਸਮਝਦੇ ਵੀ ਅਸੀਂ ਸਰੀਰ ਦੁਆਰਾ ਭਗਤੀ ਕਰਨੀ, ਬਈ ਅਸੀਂ ਵੱਧ ਤੋਂ ਵੱਧ ਜਾਗ ਕੇ, ਵੱਧ ਤੋਂ ਵੱਧ ਸਰੀਰ ਨੂੰ ਕਸ਼ਟ ਦੇ ਕੇ ਅਸੀਂ ਭਗਤੀ ਕਰ ਲਾਂਗੇ। ਇਹ ਸਰੀਰ ਦੇ ਵਿੱਚ ਰਹਿ ਕੇ ਭਗਤੀ ਨਹੀਂ ਹੁੰਦੀ, ਇਹਦੇ ਵਿੱਚ ਭਰਮ ਹੈ। ਇਹਨਾਂ ਪੰਜਾਂ ਦੂਤਾਂ ਨੇ ਸਾਨੂੰ ਭਰਮ 'ਚ ਰੱਖਣਾ, ਇੱਥੇ ਇਹਨਾਂ ਨੇ ਸਾਨੂੰ ਭਗਤੀ ਦਾ ਭੇਦ ਹੀ ਨਹੀਂ ਆਉਣ ਦੇਣਾ। ਇਸ ਵਾਸਤੇ ਫਿਰ ਇਸ ਤਰੀਕੇ ਨਾਲ ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਸੰਸਾਰ 'ਚ ਉਦੋਂ ਵੀ ਜੀਵ ਆਪੋ ਆਪਣੀ ਮੱਤ ਦੁਆਰਾ ਕਰਦੇ ਸੀ। ਜਦੋਂ ਮਹਾਰਾਜ ਨੇ ਦੇਖਿਆ ਵੀ ਇਹ ਕੀ ਕਰਦੇ, ਉਹ ਫਿਰ ਜੀਵ ਸਰੀਰ ਨੂੰ ਕਸ਼ਟ ਦਿੰਦੇ, ਸਰੀਰ ਨੂੰ ਦੁੱਖ ਦਿੰਦੇ ਵੀ ਅਸੀਂ ਸੋਈਏ ਨਾ, ਸਾਰੀ ਸਾਰੀ ਰਾਤ ਜਾਗੀਏ ਅਤੇ ਜਾ ਕੇ ਕੀ ਕਰੀਏ, ਵੱਧ ਤੋਂ ਵੱਧ ਅਸੀਂ ਭਗਤੀ ਕਰਦੇ ਹਾਂ। ਉਹਦੇ ਵਾਸਤੇ ਫਿਰ ਕੀ ਕਰਦੇ, ਉਹ ਸਰੀਰ ਨੂੰ ਕਸ਼ਟ ਦਿੰਦੇ। ਬਈ ਕੋਈ ਦਰਖਤ ਨਾਲ ਲੱਤਾਂ ਬੰਨ੍ਹ ਕੇ ਟਾਹਣੇ ਨਾਲ ਉਹ ਪੁੱਠਾ ਲਮਕ ਜਾਂਦਾ ਅਤੇ ਆਮ ਜੀਵ ਦੇਖਦੇ ਵੀ ਇਹ ਕੀ ਕਰਦਾ, ਕਹਿੰਦੇ ਜੀ ਇਹ ਭਗਤੀ ਕਰਦਾ ਪੁੱਠਾ ਲਮਕ ਕੇ। ਕੋਈ ਉਦੋਂ ਖੂਹ ਹੁੰਦੇ, ਕੋਈ ਖੂਹ 'ਚ ਪੁੱਠਾ ਲਮਕ ਜਾਂਦਾ, ਲੱਤਾਂ ਬੰਨ੍ਹਦੇ ਅਤੇ ਪੁੱਠੇ ਲਮਕ ਜਾਂਦੇ, ਖੂਹ ਦੇ ਵਿੱਚ ਲਮਕੇ ਰਹਿੰਦੇ ਵੀ ਕੀ ਕਰਦੇ ਜੀ ਇਹ ਭਗਤੀ ਕਰਦੇ ਨੇ। ਕੋਈ ਚਾਰ ਸਵੇਰੇ ਅੱਗ ਬਾਲ ਕੇ ਅੱਗ ਦੇ ਵਿੱਚ ਬੈਠ ਜਾਂਦੀ, ਉਹ ਜੀਵ ਬੜਾ ਉਹਨਾਂ ਦੀ ਮਾਨਤਾ ਕਰਦੇ ਵੀ ਇਹ ਜੀ ਅੱਗ 'ਚ ਬੈਠੇ ਨੇ ਅਤੇ ਇਹ ਭਗਤੀ ਕਰਦੇ ਨੇ। ਕੋਈ ਜੀਵ ਪਾਣੀ ਦੇ ਵਿੱਚ ਖੜ੍ਹੇ ਹੋ ਜਾਂਦੇ, ਠੰਡੇ ਪਾਣੀ 'ਚ ਸਾਰੀ ਸਾਰੀ ਰਾਤ ਖੜ੍ਹੇ ਰਹਿੰਦੇ ਵੀ ਇਹ ਕੀ ਕਰਦੇ ਜੀ ਭਗਤੀ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਫਿਰ ਸਾਨੂੰ ਭਗਤੀ ਦਾ ਗਿਆਨ ਦਿੱਤਾ, ਭਗਤੀ ਦਾ ਭੇਦ ਦਿੱਤਾ ਵੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਸਰੀਰ ਨੂੰ ਕਸ਼ਟ ਦੇਵੋਗੇ, ਤੁਸੀਂ ਭਗਤੀ ਨਹੀਂ ਕਰਦੇ। ਇਹ ਸਰੀਰ ਦੇ ਵਿੱਚ ਜਦ ਤੱਕ ਤੁਸੀਂ ਰਹੋਗੇ ਤੁਹਾਡਾ ਮਨ ਪਾਉਣ 'ਚ ਮਿਲਿਆ ਰਹੇਗਾ, ਅਤੇ ਜਦ ਤੱਕ ਤੁਸੀਂ ਪਾਉਣ 'ਚ ਮਿਲੇ ਰਹੋਗੇ ਤੁਹਾਡੇ ਵਿਚਾਰ ਨਹੀਂ ਰੁਕਣਗੇ, ਤੁਹਾਡੇ ਫੁਰਨੇ ਨਹੀਂ ਰੁਕਣਗੇ।
ਜਿੱਥੇ ਜੀਵ ਸਰੀਰ ਨੂੰ ਇੰਨਾ ਦੁੱਖ ਦਿੰਦੇ ਸੀ, ਇੰਨਾ ਕਸ਼ਟ ਦਿੰਦੇ ਸੀ, ਗੁਰੂ ਨਾਨਕ ਦੇਵ ਜੀ ਨੇ ਭਗਤੀ ਦਾ ਸਾਰਾ ਰੁੱਖ ਹੀ ਬਦਲ ਦਿੱਤਾ। ਮਹਾਰਾਜ ਨੇ ਉਹਨਾਂ ਨੇ ਸਾਨੂੰ ਸੌਖੀ ਭਗਤੀ ਸਮਝਾਈ ਵੀ ਤੁਹਾਨੂੰ ਜਾਗਣ ਦੀ ਲੋੜ ਨਹੀਂ, ਜਿੰਨਾ ਛੇਤੀ ਹੋ ਸਕਦਾ ਤੁਸੀਂ ਸਿਮਰਨ ਕਰਕੇ ਦੇਹ ਨੂੰ ਛੱਡੋ, ਤੁਸੀਂ ਸੌਵੋ। ਜਿਹਨੂੰ ਆਪਾਂ ਨੀਂਦ ਕਹਿੰਦੇ ਗੁਰਬਾਣੀ 'ਚ, ਉਹਨੂੰ ਕਹਿੰਦੇ ਸੁੰਨ। ਵੀ ਤੁਸੀਂ ਇਹ ਪਾਉਣ ਤੋਂ ਅੱਡ ਹੋਣਾ ਸਿੱਖੋ, ਵੀ ਤੁਸੀਂ ਕਿੰਨੀ ਛੇਤੀ ਇਹ ਪਾਉਣ ਤੋਂ ਵੱਖ ਹੁੰਦੇ, ਤੁਸੀਂ ਸੁੰਨ ਦੇ ਵਿੱਚ ਸਮਾਉਂਦੇ। ਉਹਨਾਂ ਨੇ ਫਿਰ ਆਪਾਂ ਨੂੰ ਨਿਰਾਲੀ ਭਗਤੀ ਦੱਸੀ ਵੀ ਜਦ ਤੱਕ ਤੁਸੀਂ ਪਾਉਣ 'ਚੋਂ ਤੁਹਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਖੇਡ ਰਿਹਾ, ਜਦੋਂ ਤੁਸੀਂ ਪਾਉਣ ਤੋਂ ਅੱਡ ਹੋ ਗਏ, ਤੁਸੀਂ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਤੁਸੀਂ ਚੌਥੇ ਪਦ ਵਿੱਚ ਆ ਕੇ ਤੁਸੀਂ ਆਪਦੇ ਘਰ ਆ ਗਏ। ਜਦੋਂ ਅਸੀਂ ਆਪਦੇ ਘਰ ਜਾਵਾਂਗੇ, ਚੌਥੇ ਪਦ ਜਾਵਾਂਗੇ, ਉੱਥੇ ਜਾ ਕੇ ਅਸੀਂ ਭਗਤੀ ਕਰ ਸਕਦੇ। ਮਾਰੇ ਫਰਮਾਉਂਦੇ ਤ੍ਰੈ ਗੁਣ ਮੇਟੇ, ਚੌਥੇ ਵਰਤੇ ਹਾਂ ਭਗਤ ਨਰਾਰੀ। ਬਈ ਤ੍ਰੈ ਗੁਣਾਂ ਨੂੰ ਮੇਟੋ, ਪਾਉਣ ਤੋਂ ਅਲੱਗ ਹੋਵੋ। ਜਦ ਤੱਕ ਅਸੀਂ ਪਾਉਣ 'ਚ, ਜਿਵੇਂ ਹੁਣ ਆਪਾਂ ਰਾਤ ਨੂੰ ਪਾਉਣ ਤੋਂ ਵੱਖ ਹੋ ਜਾਂਦੇ ਹਾਂ, ਹੁਣ ਇਹ ਤਾਂ ਜਦੋਂ ਆਪਾਂ ਵੱਖ ਹੁੰਦੇ, ਕੁਦਰਤ ਵੱਲੋਂ ਆਪਾਂ ਨੂੰ ਵੱਖ ਕਰਾਇਆ ਜਾਂਦਾ ਵੀ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਿਵੇਂ ਸੌਂ ਗਏ, ਕਿਵੇਂ ਸਰੀਰ ਤੋਂ ਅਲੱਗ ਹੋ ਗਏ। ਜਦੋਂ ਅਸੀਂ ਸਰੀਰ ਤੋਂ ਅਲੱਗ ਹੋ ਗਏ, ਨੌਆਂ ਦਰਾਂ ਤੋਂ ਅਲੱਗ ਹੋ ਗਏ, ਪਾਉਣ ਦਾ ਸੰਬੰਧ ਸਰੀਰ ਨਾਲ ਰਹਿ ਗਿਆ, ਆਪਾਂ ਪਾਉਣ ਤੋਂ ਵੱਖ ਹੋ ਗਏ। ਜਦੋਂ ਅਸੀਂ ਪਾਉਣ ਤੋਂ ਅਲੱਗ ਹੋ ਗਏ, ਸਾਨੂੰ ਇੱਧਰ ਦਾ ਸਾਰਾ ਗਿਆਨ ਭੁੱਲ ਜਾਂਦਾ ਵੀ ਅਸੀਂ ਕੌਣ ਹਾਂ, ਕੀ ਸਾਡਾ ਨਾਂ ਹੈ, ਸਾਡਾ ਪਰਿਵਾਰ ਕਿਹੜਾ ਹੈ, ਸਾਡੇ ਮਾਤਾ ਪਿਤਾ ਕੌਣ ਨੇ, ਅਸੀਂ ਕਿੰਨੇ ਭੈਣ ਭਰਾ ਹਾਂ, ਕਿੰਨੇ ਸਾਡੇ ਬੱਚੇ ਨੇ, ਉਹ ਸਾਨੂੰ ਸਾਰਾ ਕੁਛ ਭੁੱਲ ਜਾਂਦਾ। ਕਿਉਂਕਿ ਸਾਰਾ ਕੁਛ ਪਾਉਣ ਦੇ ਵਿੱਚ ਹੀ ਸਾਨੂੰ ਗਿਆਨ, ਜਦ ਤੱਕ ਅਸੀਂ ਪਾਉਣ 'ਚ ਮਿਲੇ ਹੋਏ ਹਾਂ ਉਹਨਾਂ ਸਮਾਂ ਸਾਨੂੰ ਇਹ ਗਿਆਨ ਵੀ ਆਹ ਮੇਰੇ ਮਾਂ ਪਿਓ ਨੇ, ਇਹ ਮੇਰੇ ਭੈਣ ਭਰਾ ਨੇ, ਇਹ ਮੇਰੇ ਧੀਆਂ ਪੁੱਤਰ ਨੇ, ਆਹ ਮੇਰਾ ਘਰ ਬਾਰ ਹੈ। ਜਦੋਂ ਅਸੀਂ ਪਾਉਣ ਤੋਂ ਅਲੱਗ ਹੋ ਗਏ, ਇਹ ਸਾਡੇ ਵਿਚਾਰ ਬਿਲਕੁਲ ਖਤਮ ਹੋ ਗਏ, ਬੰਦ ਹੋ ਗਏ। ਉੱਥੇ ਫਿਰ ਚੌਥੇ ਪਦ ਦੇ ਵਿੱਚ ਅਸੀਂ ਚਲੇ ਗਏ, ਉੱਥੇ ਨਾਮ ਹੈ। ਉੱਥੋਂ ਫਿਰ ਅਸੀਂ ਉਹ ਨਾਮ ਨੂੰ ਸੁਣਨਾ। ਜਦੋਂ ਅਸੀਂ ਉਹ ਨਾਮ ਨੂੰ ਸੁਣਾਂਗੇ, ਚੌਥੇ ਪਦ ਦੇ ਵਿੱਚ ਵਾਸਾ ਬ੍ਰਹਮ ਦਾ, ਫਿਰ ਅਸੀਂ ਉਹ ਬ੍ਰਹਮ ਦੇ ਨਾਲ ਚਿੱਤ ਲਾ ਲਾਂਗੇ ਅਤੇ ਸਾਡੇ ਅੰਦਰੋਂ ਜਿਹੜੀ ਹਉਮੈ, ਉਹ ਹਉਮੈ ਦਾ ਨਾਸ ਹੋ ਜਾਏਗਾ, ਖਤਮ ਹੋ ਜਾਏਗੀ। ਮਾਰੇ ਕਹਿੰਦੇ ਤ੍ਰੈ ਗੁਣ ਮੇਟੇ, ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਬਈ ਅੱਗੇ ਜੀਵ ਜਦੋਂ ਤ੍ਰੈ ਗੁਣਾਂ 'ਚ ਕਰਦੇ ਸੀ, ਉਹ ਸਾਰੀ ਸਾਰੀ ਰਾਤ ਸਰੀਰ ਨੂੰ ਕਸ਼ਟ ਦਿੰਦੇ, ਉਹਨਾਂ ਦੇ ਅੰਦਰ ਹਉਮੈ ਨਾ ਖਤਮ ਹੁੰਦੀ, ਹੰਕਾਰ ਨਾ ਜਾਂਦਾ। ਅਤੇ ਜਦੋਂ ਹੁਣ ਆਪਾਂ ਇਹ ਪਾਉਣ ਤੋਂ ਅਲੱਗ ਹੋ ਗਏ, ਚੌਥੇ ਪਦ 'ਚ ਚਲੇ ਗਏ, ਉੱਥੇ ਜਾ ਕੇ ਸਾਡੇ ਅੰਦਰ ਹਉਮੈ ਦਾ ਨਾਸ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ। ਜਦੋਂ ਹਉਮੈ ਦਾ ਨਾਸ ਹੋ ਗਿਆ, ਇਹ ਅਸੀਂ ਬ੍ਰਹਮ ਦਾ ਰੂਪ ਹੋ ਜਾਣਾ, ਸਾਡੇ ਅੰਦਰੋਂ ਆਪਾਂ ਭਾਵ ਖਤਮ ਹੋ ਜਾਣਾ, ਮਿਟ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਸੌਖੀ ਭਗਤੀ ਦੱਸੀ ਬਈ ਜਿੰਨਾ ਛੇਤੀ ਹੋ ਸਕਦਾ ਤੁਸੀਂ ਇਸ ਸਰੀਰ ਨੂੰ ਖਾਲੀ ਕਰੋ, ਇਹ ਬੇਗਾਨਾ ਘਰ ਹੈ, ਬੇਗਾਨਾ ਦੇਸ਼। ਬਈ ਤੁਸੀਂ ਸਿਮਰਨ ਕਰਕੇ ਤੋਂ ਆਪ ਵੱਖ ਹੋਣਾ ਸਿੱਖੋ। ਜਿਵੇਂ ਹੁਣ ਆਪਾਂ ਸੌਂਦੇ ਹਾਂ ਰਾਤ ਨੂੰ, ਉਹ ਤਾਂ ਕੁਦਰਤ ਵੱਲੋਂ ਸਾਨੂੰ ਵੱਖ ਕਰਾਇਆ ਜਾਂਦਾ, ਹੁਣ ਆਪਾਂ ਖੁਦ ਸੌਣਾ ਸਿੱਖਣਾ ਆਪਦੀ ਮਰਜ਼ੀ ਨਾਲ। ਬਈ ਜਦੋਂ ਸਾਡੀ ਇੱਛਾ ਆਪਦੀ ਮਰਜ਼ੀ, ਅਸੀਂ ਉਦੋਂ ਹੀ ਸਰੀਰ ਤੋਂ ਪਾਉਣ ਤੋਂ ਅਲੱਗ ਹੋ ਜੀ। ਜਦੋਂ ਸਾਡੀ ਇੱਛਾ ਅਸੀਂ ਫਿਰ ਇੱਧਰ ਪ੍ਰਵੇਸ਼ ਹੋ ਜਾਈਏ। ਇਹ ਫਿਰ ਅਸੀਂ ਵਾਰ-ਵਾਰ ਅਭਿਆਸ ਕਰਨਾ ਹੁੰਦਾ ਬਈ ਤਾਂ ਕਿ ਅਸੀਂ ਆਪਦੀ ਇੱਛਾ ਦੁਬਾਰਾ, ਜਦੋਂ ਸਾਡੀ ਇੱਛਾ ਅਸੀਂ ਪਾਉਣ ਤੋਂ ਅਲੱਗ ਹੋ ਜਾਈਏ, ਜਦੋਂ ਇੱਛਾ ਫਿਰ ਪਾਉਣ 'ਚ ਪ੍ਰਵੇਸ਼ ਹੋ ਜਾਈਏ। ਇਹ ਅਸੀਂ ਵਾਰ-ਵਾਰ ਕਰਦੇ ਰਹਿਣਾ ਹੁੰਦਾ ਵੀ ਤਾਂ ਕਿ ਸਾਨੂੰ ਇਹ ਚੰਗੀ ਤਰ੍ਹਾਂ ਭੇਤ ਆ ਜੇ, ਸਾਨੂੰ ਇਹ ਆਪਣੀ ਮਰਜ਼ੀ ਨਾਲ ਸਾਨੂੰ ਇਹ ਪਾਉਣ ਤੋਂ ਅੱਡ ਹੋਣਾ ਆ ਜੇ। ਜਦੋਂ ਅਸੀਂ ਪਾਉਣ ਤੋਂ ਅਲੱਗ ਹੋਣਾ ਸਿੱਖ ਲਿਆ ਆਪਦੀ ਮਰਜ਼ੀ ਨਾਲ, ਫਿਰ ਸਾਨੂੰ ਸੁਣਨ ਦੇ ਵਿੱਚੋਂ ਉਹ ਸ਼ਬਦ ਨਾਮ ਪ੍ਰਗਟ ਹੁੰਦਾ ਜਿਹਦੇ ਦੁਆਰਾ ਸਾਡੇ ਮਨ ਨੇ ਜਾਗਣਾ। ਮਾਰੇ ਫਰਮਾਉਂਦੇ ਧੁਨ ਉਪਜੇ ਸ਼ਬਦ ਜਗਾਇਆ। ਬਈ ਉਹ ਸ਼ਬਦ ਪ੍ਰਗਟ ਹੋ ਗਿਆ, ਧੁਨ ਪ੍ਰਗਟ ਹੋ ਗਈ ਅਤੇ ਸਾਡੇ ਮਨ ਨੇ ਜਾਗ ਪੈਣਾ। ਫਿਰ ਉਹਨੂੰ ਸੁਣਨਾ ਹੀ ਭਗਤੀ।
ਰਮਾਤਮਾ ਬੋਲ ਰਿਹਾ, ਫਿਰ ਅਸੀਂ ਉਹ ਮਾਲਕ ਦੀ ਆਵਾਜ਼ ਸੁਣੀ ਜਾਣੀ, ਉਹਨੂੰ ਹੁਕਮ ਕਹਿੰਦੇ। ਉਦੋਂ ਫਿਰ ਕਹਿੰਦੇ ਮਨ ਨੂੰ ਵੀ ਇਹ ਗੁਰਮੁਖ ਇਹ ਮਾਲਕ ਦਾ ਹੁਕਮ ਮੰਨਣ ਵਾਸਤੇ ਵੀ ਹੁਣ ਤਿਆਰ ਹੈ। ਉਦੋਂ ਫਿਰ ਮਾਲਕ ਖੁਸ਼ ਹੁੰਦੇ ਸਾਡੇ 'ਤੇ ਵੀ ਬੱਚਾ ਹੁਣ ਹੁਕਮ ਦੇ ਵਿੱਚ ਆ ਗਏ, ਇਹਨੇ ਹੁਕਮ ਨੂੰ ਮੰਨ ਲਿਆ। ਫਿਰ ਉਹ ਸਾਡੇ ਨਾਲ ਪ੍ਰੇਮ ਕਰਦੇ ਵੀ ਹੁਣ ਇਹ ਘਰ ਆ ਗਏ ਨੇ, ਹੁਕਮ ਦੇ ਵਿੱਚ ਆ ਗਏ। ਇਸ ਵਾਸਤੇ ਫਿਰ ਆਪਾਂ ਨੂੰ ਹੁਣ ਸਮਝਾਉਂਦੇ ਵੀ ਉਹ ਹੁਕਮ ਤੱਕ ਪਹੁੰਚਣ ਵਾਸਤੇ, ਹੁਕਮ ਦੇ ਵਿੱਚ ਆਉਣ ਵਾਸਤੇ ਸਾਨੂੰ ਇਹ ਪਹਿਲਾਂ ਸਿਮਰਨ ਕਰਨਾ ਪੈਣਾ। ਸਿਮਰਨ ਕਰਕੇ ਸਾਨੂੰ ਪਾਉਣ ਤੋਂ ਅਲੱਗ ਹੋਣਾ ਪੈਣਾ। ਆਹੋ ਹੁਣ ਕਿਵੇਂ ਅਸੀਂ ਇਹ ਪਾਉਣ ਤੋਂ ਅਲੱਗ ਹੋਣਾ ਸਿੱਖਣਾ, ਕਿਵੇਂ ਸਾਡੇ ਮਨ ਨੇ ਸੁਣਨ ਵਿੱਚ ਜਾਣਾ, ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਸਤਿਗੁਰਾਂ ਨੇ ਸਾਸ ਗਿਰਾ ਸਿਮਰਨ ਸੀ। ਜਿਉਂ-ਜਿਉਂ ਹੁਣ ਆਪਾਂ ਇਹ ਸਿਮਰਨ ਕਰਦੇ ਜਾਵਾਂਗੇ, ਅਸੀਂ ਅੰਤਰਮੁਖੀ ਹੁੰਦੇ ਜਾਵਾਂਗੇ। ਅੰਤਰਮੁਖੀ ਹੁੰਦੇ ਹੁੰਦੇ ਆਪਾਂ ਇੰਨਾ ਸਹਿਜ ਵਿੱਚ ਚਲੇ ਜਾਣਾ ਵੀ ਤਾਂ ਕਿ ਸਾਡਾ ਮਨ ਸੁਣਨ 'ਚ ਚਲਾ ਜਾਵੇ ਵੀ ਇਹ ਸਰੀਰ ਸਾਨੂੰ ਬਿਲਕੁਲ ਭੁੱਲ ਜੇ। ਹੁਣ ਕਿਵੇਂ ਅਸੀਂ ਸੁਣਨ 'ਚ ਜਾਣਾ, ਉਹਦੇ ਵਾਸਤੇ ਮਹਾਰਾਜ ਜੀ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਦੇ ਹਾਂ, ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ ਜਾਂਦਾ। ਜਿਉਂ-ਜਿਉਂ ਅਸੀਂ ਵਿਚਾਰਾਂ ਤੋਂ ਰਹਿਤ ਹੋਵਾਂਗੇ, ਜਦੋਂ ਸਾਡੇ ਵਿਚਾਰ ਰੁਕ ਜਾਂਦੇ, ਸਾਡਾ ਮਨ ਉਦੋਂ ਪਾਉਣ ਤੋਂ ਅਲੱਗ ਹੋ ਜਾਂਦਾ, ਪਾਉਣ ਤੋਂ ਵੱਖ ਹੋ ਗਈ। ਜਦੋਂ ਅਸੀਂ ਪਾਉਣ ਤੋਂ ਵੱਖ ਹੋਵਾਂਗੇ, ਫਿਰ ਅਸੀਂ ਉਹ ਮਾਲਕ ਦੀ ਆਵਾਜ਼ ਨਾਮ ਨੂੰ ਸੁਣਾਂਗੇ। ਫਿਰ ਉਦੋਂ ਸਾਡਾ ਮਨ ਇੱਕ ਚਿੱਤ ਹੋ ਜਾਂਦਾ। ਜਦ ਤੱਕ ਪਾਉਣ 'ਚ ਇਹ ਦੁਬਦਾ ਦੇ ਵਿੱਚ ਵਿਚਾਰਾਂ 'ਚ, ਜਦੋਂ ਅਸੀਂ ਪਾਉਣ ਤੋਂ ਅਲੱਗ ਹੋ ਗਏ, ਉੱਥੇ ਮਨ ਇਕੱਲਾ ਰਹਿ ਜਾਂਦਾ। ਫਿਰ ਜਦੋਂ ਇੱਕ ਚਿੱਤ ਹੋ ਗਿਆ, ਫਿਰ ਉਹ ਨਾਮ ਨੂੰ ਧਿਆਉਂਦਾ, ਫਿਰ ਉਹ ਨਾਮ ਨੂੰ ਸੁਣਦਾ। ਇਸੇ ਵਰਤਾਏ ਫਿਰ ਮਹਾਰਾਜ ਕਹਿੰਦੇ, ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ, ਇਨਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ। ਬਈ ਜਿਹੜੇ ਗੁਰਮੁਖਾਂ ਨੇ ਫਿਰ ਇਹ ਪਾਉਣ ਤੋਂ ਅਲੱਗ ਹੋਣਾ ਸਿੱਖ ਲਿਆ, ਸਿੱਖ ਕੇ ਉਹ ਨਾਮ ਦੇ ਨਾਲ ਜੁੜ ਗਏ, ਉਹ ਇੱਕ ਚਿੱਤ ਹੋ ਗਏ। ਜਦੋਂ ਇੱਕ ਚਿੱਤ ਹੋ ਗਏ, ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਮੱਤ ਲੈ ਕੇ ਫਿਰ ਹੀ ਇੱਕ ਚਿੱਤ ਹੋਈ। ਇਹ ਉਹਨਾਂ ਗੁਰਮੁਖਾਂ ਦੇ ਮੁਖ ਫਿਰ ਸਦਾ ਉਜਲ, ਉਹ ਸਦਾ ਨਿਰਮਲ ਨੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੀ ਵੀ ਆਪਾਂ ਵੀ ਹੁਣ ਉਹ ਨਾਮ ਦੇ ਨਾਲ ਜੁੜਨਾ, ਘਰ ਜਾਣਾ ਆਪਣੇ, ਅਤੇ ਉਹਦੇ ਵਾਸਤੇ ਫਿਰ ਇਹ ਸਾਨੂੰ ਸਿਮਰਨ ਕਰਨਾ ਪੈਣਾ। ਨਾਲ ਨਾਲ ਆਪਾਂ ਨੂੰ ਸਤ ਸੰਗਤ ਕਰਕੇ ਇਹ ਗਿਆਨ ਲੈਣਾ ਪੈਣਾ, ਗੁਰੂ ਦੀ ਮੱਤ ਮਨ ਨੂੰ ਦੇਣੀ ਪੈਣੀ। ਬਈ ਇਹ ਜਿਹੜਾ ਸਾਡਾ ਮਨ ਇਸ ਤਰ੍ਹਾਂ ਫਿਰ ਘਰ ਜਾਂਦਾ, ਇੱਕ ਤਾਂ ਇਹ ਸਿਮਰਨ ਕਰਕੇ, ਨਾਲ ਨਾਲ ਇਹ ਗੁਰੂ ਦੀ ਮੱਤ ਦੇਖ ਕੇ, ਗਿਆਨ ਦੇਖ ਕੇ। ਜੋ ਅਸੀਂ ਕਹਿੰਦੇ ਹਾਂ ਨਾ, ਆਮ ਜੀਵ ਕਹਿੰਦਾ ਵੀ ਇਹ ਮਨ ਨਹੀਂ ਵੱਸ 'ਚ ਆਉਂਦਾ ਜੀ, ਇਹ ਮਨ ਤਾਂ ਟਿਕਦਾ ਹੀ ਨਹੀਂ। ਮਹਾਰਾਜ ਕਹਿੰਦੇ ਮਨ ਨੇ ਫੇਰ ਵੱਸ ਆਉਣਾ, ਜੇ ਅਸੀਂ ਸਿਮਰਨ ਕਰਾਂਗੇ ਅਤੇ ਗੁਰੂ ਦੀ ਮੱਤ ਲਵਾਂਗੇ, ਆਪਦੀ ਮੱਤ ਦੁਬਾਰਾ ਨਹੀਂ। ਇਸ ਲਈ ਫਰਮਾਉਂਦੇ, ਇਹ ਮਨੁਆ ਕਿਉਂ ਕਰ ਵੱਸ ਆਵੇ, ਗੁਰ ਪ੍ਰਸਾਦੀ ਠਾਠੀਏ ਗਿਆਨ ਮਤੀ ਘਰ ਆਵੇ। ਵੀ ਇਹ ਮਨ ਕਿਵੇਂ ਵੱਸ ਵਿੱਚ ਆਵੇ, ਕਿਵੇਂ ਟਿਕਾ ਦੇ ਵਿੱਚ ਆਵੇ, ਕਿਵੇਂ ਘਰ ਜਾਵੇ। ਮਹਾਰਾਜ ਕਹਿੰਦੇ ਗੁਰੂ ਦੀ ਮੱਤ ਦੁਆਰਾ। ਔਰ ਗੁਰੂ ਦੀ ਮੱਤ ਦੁਆਰਾ ਹੀ ਫਿਰ ਅਸੀਂ ਘਰ ਜਾ ਸਕਦੇ ਹਾਂ। ਅਤੇ ਗੁਰੂ ਦੀ ਮੱਤ ਸਾਨੂੰ ਇਹ ਕਹਿੰਦੇ ਵੀ ਸਿਮਰਨ ਕਰੋ। ਇਹ ਫਿਰ ਅਸੀਂ ਨਾਲ ਨਾਲ ਸਿਮਰਨ ਕਰਨਾ, ਅਤੇ ਨਾਲ ਨਾਲ ਮਨ ਨੂੰ ਇਹ ਗਿਆਨ ਦੇਣਾ, ਇਹ ਸੋਝੀ ਦੇਣੀ, ਫਿਰ ਇਹ ਘਰ ਵਾਪਸ ਜਾਂਦਾ। ਜਦੋਂ ਅਸੀਂ ਘਰ ਚਲੇ ਗਏ, ਘਰ ਦੇ ਵਿੱਚ ਸੁੱਖ ਹੀ ਸੁੱਖ, ਘਰ ਦੇ ਵਿੱਚ ਆਨੰਦ, ਬੇਗਾਨੇ ਘਰ 'ਚ ਦੁੱਖ। ਇੱਧਰ ਅਸੀਂ ਜਦੋਂ ਬੇਗਾਨੇ ਘਰ ਆਉਂਦੇ, ਇੱਧਰ ਆਉਣ ਸਾਰੀ ਸਾਨੂੰ ਚਿੰਤਾ, ਫਿਕਰ, ਸੈਂਸੇ, ਦੁੱਖ, ਇਹ ਸਾਰਾ ਕੁਛ ਲੱਗਦਾ। ਜਦੋਂ ਅਸੀਂ ਆਪਦੇ ਘਰ ਚਲੇ ਜਾਵਾਂਗੇ, ਉੱਥੇ ਸਾਨੂੰ ਕੋਈ ਸੈਂਸਾ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਦੁੱਖ ਨਹੀਂ, ਕੋਈ ਗਮ ਨਹੀਂ। ਕਿਉਂਕਿ ਉਦੋਂ ਆਪਾਂ ਮਾਲਕ ਦੇ ਕੋਲ, ਮਾਲਕ ਦੀ ਗੋਦ ਦੇ ਵਿੱਚ, ਜਿਵੇਂ ਬੱਚਾ ਜਦੋਂ ਛੋਟਾ ਹੁੰਦਾ ਮਾਤਾ ਪਿਤਾ ਦੀ ਗੋਦੀ 'ਚ ਹੁੰਦਾ, ਉਹਨੂੰ ਕੋਈ ਫਿਕਰ ਨਹੀਂ, ਉਹਨੂੰ ਕੋਈ ਚਿੰਤਾ ਨਹੀਂ, ਨਾ ਉਹਨੂੰ ਆਪਦੇ ਖਾਣ ਦੀ ਚਿੰਤਾ, ਨਾ ਉਹਨੂੰ ਪਹਿਨਣ ਦੀ ਚਿੰਤਾ, ਨਾ ਉਹਨੂੰ ਆਪਦੇ ਨਹਾਉਣ ਦੀ ਚਿੰਤਾ। ਉਹ ਸਾਰੇ ਚਿੰਤਾ ਫਿਕਰ ਮਾਲਕ ਨੂੰ, ਉਹਦੇ ਮਾਤਾ ਪਿਤਾ ਨੂੰ ਹੁੰਦਾ ਵੀ ਕੀ ਇਹਨੂੰ ਖਵਾਉਣਾ, ਕੀ ਇਹਦੇ ਕੱਪੜੇ ਪਾਉਣੇ, ਕੀ ਪਹਿਨਣਾ। ਕਿਉਂਕਿ ਉਹਨੇ ਆਪਸ ਸਮਰਪਣ ਕੀਤਾ ਹੋਇਆ, ਉਹ ਆਪਦੀ ਮੱਤ ਨਹੀਂ ਵਰਤਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਦੇ ਘਰ ਚਲੇ ਗਏ,
ਅਸੀਂ ਮਾਲਕ ਦੀ ਗੋਦ 'ਚ ਬੈਠ ਗਏ, ਇਹ ਸਾਰਾ ਫਿਕਰ ਮਾਲਕ ਨੂੰ ਹੋ ਜਾਂਦਾ ਵੀ ਇਹਨਾਂ ਨੂੰ ਕੀ ਖਵਾਉਣਾ, ਕੀ ਪਹਿਨਾਉਣਾ, ਕਿਵੇਂ ਚਲਾਉਣਾ ਇਹਨਾਂ ਨੂੰ। ਉਹ ਫਿਰ ਸਾਰਾ ਮਾਲਕ ਆਪ ਕਰਦੀ। ਇਸ ਕਰਕੇ ਫਿਰ ਆਪਾਂ ਨੂੰ ਉੱਥੇ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਜਿਵੇਂ ਬੱਚੇ ਨੂੰ ਕੋਈ ਚਿੰਤਾ ਨਹੀਂ, ਚਿੰਤਾ ਮਾਂ ਪਿਓ ਨੂੰ। ਇਸੇ ਤਰ੍ਹਾਂ ਹੀ ਜਦੋਂ ਅਸੀਂ ਘਰ ਚਲੇ ਗਏ, ਸਾਡੇ ਮਨ ਨੂੰ ਵੀ ਸੋਝੀ ਆ ਜਾਂਦੀ, ਸਮਝ ਆ ਜਾਂਦੀ ਵੀ ਚਿੰਤਾ ਤਾਂ ਮਾਲਕ ਨੂੰ ਹੈ। ਸੋ ਕਰਤਾ ਚਿੰਤਾ ਕਰੇ ਜੈ ਨਾ ਪਾਇਆ ਜਗ, ਵੀ ਜਿਹਨੇ ਜਗਤ 'ਚ ਸਾਨੂੰ ਪੈਦਾ ਕੀਤਾ ਉਹਨੂੰ ਚਿੰਤਾ ਵੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਅਸੀਂ ਆਪਦੇ ਘਰ ਜਾਣ ਲਈ ਇਹ ਵਾਚੋ ਵਾਸੇ ਮਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵਾਚੋ ਵਾਦੀ ਆਪਾਂ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਸਾਨੂੰ ਇਹ ਗਿਆਨ ਦ੍ਰਿੜ ਹੋਏਗਾ, ਗੁਰੂ ਦੀ ਮੱਤ ਸਾਡੇ ਮਨ ਨੂੰ ਆਏਗੀ, ਫਿਰ ਇਹ ਘਰ ਵਾਪਸ ਜਾਏਗਾ। ਸੋ ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਐਸਾ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਗੁਰਬਾਣੀ ਗੁਰੂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ, ਉਹ ਆਪਾਂ ਨੂੰ ਬੜਾ ਸੌਖਾ ਕਰਕੇ ਸਰਲ ਅਰਥਾਂ 'ਚ ਸਮਝਣ ਗੋਚਰਾ ਕਰਾਇਆ ਵੀ ਤਾਂ ਕਿ ਸਾਨੂੰ ਸਭ ਨੂੰ ਸਮਝ ਲੱਗ ਜੇ, ਇਹ ਆਪਾਂ ਵੀ ਆਪਦੇ ਜੀਵਨ ਦਾ ਲਾਹਾ ਖੱਟ ਲਈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।